Vaheguru Ji Ka Khalsa, Vaheguru Ji Ki Fateh. I'm so thankful ਜਿਹੜੇ ਵੀ students they were able to join and ਸਿੱਖੀ ਸਿੱਖਿਆ ਟੀਮ ਦਾ ਜਿਹੜਾ ਉਪਰਾਲਾ ਹੈਗਾ ਗੈਸਟ ਸਪੀਕਰ ਸੈਸ਼ਨ ਦੀ ਸੀਰੀਜ਼ ਦਾ ਉਸ ਵਿੱਚ ਮੈਂ ਅੰਗਦ ਸਿੰਘ ਅੱਜ ਆਪ ਜੀ ਦੇ ਸਾਹਮਣੇ ਅਜਿਹੀ ਗੁਰਸਿੱਖ ਪਰਸਨੈਲਿਟੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਗਲੋਬਲ ਲੈਵਲ ਤੇ ਸੇਵਾ ਐਂਡ ਸਿੱਖੀ ਪ੍ਰਚਾਰ ਦੇ ਉਦਮ ਕੀਤੇ ਹਨ ਭੈਣ ਜਸਵੀਰ ਕੌਰ ਜੀ ਅੱਜ ਸਾਡੇ ਨਾਲ ਜੁੜੇ ਹਨ just to give a brief introduction about her Penji is currently working as pharmacist in United Health Group. She moved to Chicago, USA in 1980 after completing her elementary studies in Punjab. She is the co-founder of the Sikh Healing Collective. So this initiative was a mental health effort relief that was created to meet the needs of Sikh community when the terror attack happened in Wisconsin in August 2012. So that's one of her efforts to help the Sikh community. She's also part of event coordination for Sikh Outreach Society. This society works closely with families and with senior citizens. She has also conducted multiple interfaith talks, and she has also been part of various Gurmat camps and other retreats in the globe wherein she teaches children. And she has been, when I say that interfaith talks, she has been part of Parliament of World's Religion in 1993, 2015 and 2018. So, आओ मैं ते आप जी सारे ਦੀ ਤਰਫ ਤੋਂ ਆਈ ਵੈਲਕਮ ਜਸਵੀਰ ਭੈਣ ਜੀ ਦਾ ਮੈਂ ਨਿੱਘਾ ਸਵਾਗਤ ਕਰਦਾ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮਚ ਭੈਣ ਜੀ ਫॉर 1 second can we stop Kamaljeet ਭੈਣ ਜੀ from joining sharing the screen ਹਾਂਜੀ ਮੈਂ ਕਰ ਰਿਹਾ ਵੀਰ ਜੀ Kamaljeet Panji, please. Vaheguru, can you see the screen? Okay, ji. So this was a brief intro about Panji. One thing that I missed saying was, which I will be talking about her as well, that she has been closely working with the disaster management and relief team with United Sikhs. So Panji, मेरा बहुत ही when I was reading your introduction, ਮੈਨੂੰ ਏਦਾਂ ਲੱਗਿਆ ਕਿ ਜੇ ਮੈਂ ਇੱਕ ਟੌਪਿਕ ਦੇ ਉੱਪਰ if we'll start discussing, I think ਸਾਡੇ ਕੋਲ ਬਹੁਤ ਕੁਝ ਹੋਏਗਾ ਗੱਲਬਾਤ ਕਰਨ ਵਾਸਤੇ. So let me just jump up with the first question ਜਿਹੜਾ ਮੇਰੇ ਮਾਈਂਡ ਦੇ ਅੰਦਰ ਆਉਂਦਾ ਹੈ. ਹਾਂਜੀ ਵੀਰ ਜੀ. Sorry, ਆਪਣਾ ਤੁਸੀਂ ਸਕਰੀਨ ਸ਼ੇਅਰ ਦੁਬਾਰਾ ਕਰੋਗੇ? I think ਉਹ ਕਿਸੇ ਨੇ ਫਿਰ ਸਕਰੀਨ ਸ਼ੇਅਰ ਕਰ ਲਈ. Can we ask every member to please switch off your videos? ਅਸੀਂ ਤੁਹਾਡੀ ਵੀਡੀਓ ਨਹੀਂ ਦੇਖਣੀ ਤੁਸੀਂ ਪਲੀਜ਼ we have ਜਸਵੀਰ ਕੌਰ ਭੈਣ ਜੀ ਅਸੀਂ ਉਹਨਾਂ ਨੂੰ ਸੁਣੀਏ ਉਹਨਾਂ ਨਾਲ ਆਪਾਂ ਗੱਲ ਕਰੀਏ so just do let me know if you can see my screen ਹਾਂਜੀ ਬਿਲਕੁਲ ਅਸੀਂ ਦੇਖ ਪਾ ਰਹੇ ਹਾਂ perfect so screen ਦਾ ਕੰਮ ਵੈਸੇ ਹੁਣ ਘੱਟ ਹੀ ਹੋਏਗਾ ਭੈਣ ਜੀ this was just for the start part ਮੇਰਾ ਸਭ ਤੋਂ ਪਹਿਲਾ ਸਵਾਲ ਆਪ ਜੀ ਦੇ ਨਾਲ ਇਹ ਹੈਗਾ ਕਿਉਂਕਿ ਜਿਹੜੀ ਗੁਰਮਤ ਕਲਾਸਿਸ ਚੱਲ ਰਹੀਆਂ ਨੇ ਇਟਸ ਆਲ ਬੇਸਡ ਔਨ ਉਦਮ ਸੋ ਜਦ ਆਪ ਜੀ ਉਦਮ ਦਾ ਵਰਡ ਤੁਹਾਡੇ ਜ਼ਿਹਨ ਵਿੱਚ ਆਉਂਦਾ ਹੈ ਤਾਂ ਹਾਊ ਡੂ ਯੂ ਰਿਲੇਟ ਵਿਦ ਦੈਟ ਵਰਡ ਉਦਮ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ I'm very happy to be a guest here ਤੇ ਉਦਮ ਤੇ ਜਿਹੜੀ ਤੁਸੀਂ ਆਪ ਉਪਰਾਲਾ ਕਰਨਾ ਹੈਗਾ ਜਿਹੜੀ ਆਪਣਾ ਜੋੜ ਲਾਉਣਾ ਹੈਗਾ ਤੇ ਹਰ ਚੀਜ਼ ਵਿੱਚ ਉਦਮ ਕਰਨਾ ਪੈਂਦਾ ਹੈਗਾ ਜਿਸ ਤਰ੍ਹਾਂ ਤੁਸੀਂ ਕਿਤੇ ਜਾਣਾ ਹੈਗਾ ਮੈਪ ਤੇ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਅਸੀਂ ਦਿੱਲੀ ਜਾਣਾ ਜਿੰਨਾ ਚਿਰ ਤੁਸੀਂ ਕਾਰ ਵਿੱਚ ਬੈਠ ਕੇ ਜਾਂ
ਆਪਣਾ ਐਫਰਟ ਕਰਕੇ ਜਾਂਦੇ ਨਹੀਂ ਹੈਗੇ, ਉਹ ਰਸਤਾ ਬਣਾਉਂਦੇ ਨਹੀਂ ਹੈਗੇ, ਉਹਨਾਂ ਚਿਰ ਪਹੁੰਚੂਗੇ ਨਹੀਂ। So Okay, great. So, Benji, I've seen that you have been part of several efforts globally. So, sub efforts ਦੇ ਪਿੱਛੇ what is the driving force? What do you think? ਕਿਹੜੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਡਰਾਈਵ ਕਰਦੀ ਹੈ ਇਹ ਸਾਰੇ efforts ਕਰਨ ਵਾਸਤੇ? ਪਹਿਲਾਂ ਤਾਂ ਵਾਹਿਗੁਰੂ ਦੀ ਮਿਹਰ ਹੈਗੀ ਆ ਜੋ ਸੇਵਾ ਦਿੰਦੇ ਹੈਗੇ ਆ। ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈਗਾ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਸੋ ਇਹ ਜਿਹੜਾ ਹੈਗਾ, ਨਾਲੇ ਆਪਣੇ ਦਸਵੰਧ ਦੇਣਾ। ਸੋ ਮੇਰੇ ਲਈ ਜਿਹੜੀ ਸੇਵਾ ਹੈਗੀ, ਦਸਵੰਧ ਦੇਣਾ, ਇਟ ਡਸਨਟ ਮੀਨ ਬਸ ਤੁਸੀਂ ਆਪਣੇ 10% ਦੇਣੇ ਹੈਗੇ ਜਿਹੜੇ ਤੁਸੀਂ ਕਮਾਉਂਦੇ ਆ, ਪਰ ਆਪਣਾ ਟਾਈਮ ਵੀ ਦੇਣਾ ਹੁੰਦਾ ਸੇਵਾ ਕਰਨ ਵਾਸਤੇ। ਸੋ ਇਹ ਮੇਰੇ ਵਾਸਤੇ ਦਸਵੰਧ ਜਿਹੜਾ ਹੈਗਾ ਨਾ, ਸੇਵਾ, ਆਪਣੀ ਜ਼ਿੰਦਗੀ ਵੀ ਦੇਣੀ ਹੈਗੀ ਆ ਸੇਵਾ ਕਰਦਿਆਂ, ਤੇ ਨਾਲ ਹੀ ਸ਼ੇਅਰ ਕਰਨਾ, ਜਿੰਨੀ ਵੀ ਬਲੈਸਿੰਗਸ ਗੁਰੂ ਸਾਹਿਬ ਨੇ ਦਿੱਤੀ ਹੈਗੀ ਆ ਉਹ ਸਾਰੇ ਨਾਲ ਵੰਡਣੀ ਹੈਗੀ ਆ। ਵੀਰ ਜੀ, ਆਈ ਥਿੰਕ ਮਿਊਟ ਤੇ ਹੈਗੇ ਤੁਸੀਂ। Okay, sorry. I think ਬ੍ਰਿੰਦ ਵੀਰ ਜੀ ਸਾਰਿਆਂ ਨੂੰ ਮਿਊਟ ਕਰ ਦਿੰਦੇ ਨੇ। So okay. ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਜਿਵੇਂ ਦਸਵੰਧ ਦੀ ਤਾਂ ਅਸੀਂ ਚਲੋ ਗੱਲ ਹੈ ਹੀ ਹੈ, ਜੋ ਤੁਸੀਂ ਕਿਹਾ ਕਿ ਹੱਥੀ ਸੇਵਾ ਕਰਨਾ is even more effort ਜਿਹੜੀ ਆਪਾਂ ਪਾਉਂਦੇ ਹਾਂ। ਬਟ ਮੇਰਾ ਇਹ ਸੀਗਾ ਕਿ ਬਚਪਨ ਤੋਂ ਹੀ ਤੁਸੀਂ ਗੁਰਬਾਣੀ ਨਾਲ ਸੀਗਾ ਇਹ ਡਰਾਈਵਿੰਗ ਫੋਰਸ ਤੁਹਾਡੇ ਫੈਮਿਲੀ ਵੱਲੋਂ ਆਇਆ ਸੀਗਾ? ਇਫ ਯੂ ਕੁਡ ਜਸਟ ਸ਼ੇਅਰ ਵਿਦ ਅਸ ਫੈਮਿਲੀ ਦਾ ਕਿਵੇਂ ਰੋਲ ਰਿਹਾ ਇਹਦੇ ਵਿੱਚ? ਹਾਂਜੀ, ਡੈਫੀਨਿਟਲੀ ਫੈਮਿਲੀ ਨੇ ਬਹੁਤ ਵੱਡਾ ਹਿੱਸਾ ਪਾਇਆ ਹੈਗਾ। ਮਮ ਐਂਡ ਡੈਡ ਛੋਟੇ ਹੁੰਦੇ ਉਹਨਾਂ ਨੇ ਵੈਸੇ ਅੰਮ੍ਰਿਤ ਛਕਿਆ ਸੀਗਾ। ਮਮ ਇਜ਼ ਫਰਮ ਅ ਹਿੰਦੂ ਬੈਕਗਰਾਊਂਡ। ਸੋ ਜਦੋਂ ਡੈਡੀ ਨਾਲ ਆਨੰਦ ਕਾਰਜ ਕੀਤਾ, ਆਫਟਰਵਰਡਸ ਡੈਡ ਡਿਡਨਟ ਪੁਸ਼ ਹਰ, ਬਟ ਕੁਝ ਸਾਲ ਬਾਅਦ ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ। ਤੇ ਜਦੋਂ ਅਸੀਂ ਛੋਟੇ ਹੁੰਦੇ ਫਿਰ ਅੰਮ੍ਰਿਤਧਾਰੀ, ਮੇਰੇ ਜਿੰਨੀ ਸਮਝ ਹੈਗੀ ਆ, ਮਮ ਐਂਡ ਡੈਡ ਹਰ ਵੇਲੇ ਨਿਤਨੇਮ ਕਰਦੇ ਹੁੰਦੇ ਸੀਗੇ। ਬਟ ਐਜ਼ ਅ ਚਾਈਲਡ ਮੈਂ ਤਾਂ ਅਪਰੀਸ਼ੀਏਟ ਕਰਦੀ ਨਹੀਂ ਸੀਗੀ। ਉਹ ਵੈਸੇ ਤਾਂ ਕਰਦੇ ਹੁੰਦੇ ਸੀ ਨਾਲ, ਪਰ ਮਨ ਲਾ ਕੇ ਨਹੀਂ ਕਰਦੇ। ਜਦੋਂ ਅਸੀਂ ਨਾਲ ਬੈਠ ਕੇ ਮੰਮੀ ਡੈਡੀ ਨੇ ਪਾਠ ਸਿਖਾਉਣਾ, ਮੈਂ ਤੇ ਆਪਣੇ ਭੈਣ ਭਰਾ ਨੇ ਚੁੰਡੀਆਂ ਵੱਢਣੀਆਂ ਜਾਂ ਹੋਰ ਕਰਨਾ, ਸੋ ਮਨ ਨਹੀਂ ਲੱਗਦਾ ਸੀਗਾ, ਅਸੀਂ ਖੇਡਣਾ ਚਾਹੁੰਦੇ ਸੀਗੇ। ਸੋ ਪਰ ਜਦੋਂ ਵੱਡੇ ਹੋਏ, ਮੇਬੀ ਹਾਈ ਸਕੂਲ ਜਾਂ ਕਾਲਜ ਵਿੱਚ, ਉਦੋਂ ਥੋੜੀ ਬਹੁਤੀ ਅਪਰੀਸ਼ੀਏਸ਼ਨ ਆਈ, ਸਪੈਸ਼ਲੀ ਜਦੋਂ ਕਾਲਜ ਗਈ ਸੀ ਬਾਹਰ, ਤੇ ਘਰ ਛੱਡ ਕੇ ਗਈ ਸੀਗੀ ਬਾਹਰ ਦੂਰ ਕਿਤੇ। ਐਂਡ ਉਦੋਂ ਫਿਰ ਸੰਗਤ ਦੀ ਜਿਹੜੀ ਕਮੀ ਸੀਗੀ ਨਾ, ਉਹ ਬਹੁਤ ਮੈਨੂੰ ਚੁੱਭੀ ਸੀਗੀ ਵੀ ਸੰਗਤ ਹੈ ਨਹੀਂ, ਸੰਗਤ ਤੋਂ ਬਿਨਾ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਨਾ, ਮੈਨੂੰ ਔਖਾ ਲੱਗਿਆ ਸੀਗਾ। ਸੋ ਉਦੋਂ ਫਿਰ ਮੈਂ ਆਪਣੇ ਆਪ ਪਾਠ ਕਰਦੀ ਹੁੰਦੀ ਸੀ, ਮਨ ਲਾ ਕੇ। ਹੁਣ ਪਹਿਲਾਂ ਮਨ ਲਾ ਕੇ ਕਰਦੀ ਨਹੀਂ ਸੀਗੀ, ਬਟ ਜਿਹੜੀ ਖਿੱਚ ਹੁੰਦੀ ਨਾ ਗੁਰੂ ਸਾਹਿਬ ਦੀ ਵੀ ਸੰਗਤ ਹੈ ਹੀ ਨਹੀਂ, ਸੋ ਉਹ ਕਮੀ ਮਹਿਸੂਸ ਕਰਕੇ ਮੈਂ ਫਿਰ ਪਾਠ ਕਰਨਾ ਸ਼ੁਰੂ ਕੀਤਾ। ਤੇ ਗੁਰਬਾਣੀ ਵਿਚਾਰ ਫਿਰ ਜਦੋਂ ਘਰ ਆਉਂਦੀ ਸੀਗੀ ਹਾਲੀਡੇਜ਼ ਵਾਸਤੇ, ਮੈਂ ਕੁਝ ਸਟੀਕਾਂ ਲੈ ਕੇ ਆਉਣੀ ਸੀ। ਸੋ ਜਦੋਂ ਟਾਈਮ ਹੁੰਦਾ ਫਿਰ ਮੈਂ ਸਟੀਕ, ਭਾਈ ਸਾਹਿਬ ਦੀ ਸਟੀਕ ਪੜ੍ਹਨ ਲੱਗ ਗਈ, ਤੇ ਉਹਦੇ ਨਾਲ ਕਾਫੀ ਡੂੰਘਾ ਫਿਰ ਮਤਲਬ ਨਿਤਨੇਮ ਦਾ ਬਣਿਆ ਹੈਗਾ। ਸੋ ਉਸ ਕਰਕੇ ਜਦੋਂ ਤੁਸੀਂ ਗੁਰਬਾਣੀ ਸਮਝਣ ਲੱਗਦੇ ਹੈ, ਉਦੋਂ ਫਿਰ ਪਤਾ ਨਹੀਂ ਪਰਸਪੈਕਟਿਵ ਦਾ ਬਹੁਤ ਹੀ ਚੇਂਜ ਹੋ ਜਾਂਦਾ ਹੈਗਾ। ਸੋ ਗੁਰੂ ਨਾਲ ਤੁਸੀਂ ਫਿਰ ਜੁੜਦੇ ਹੈਗੇ ਆ, ਮਤਲਬ ਤੁਹਾਨੂੰ ਪਤਾ ਲੱਗਦਾ ਹੈਗਾ, ਤੇ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਨਜ਼ਰੀਏ ਚੇਂਜ ਹੋ ਜਾਂਦੇ ਹੈਗੇ ਆ। ਹਾਂਜੀ ਭੈਣ ਜੀ, ਆਈ ਥਿੰਕ ਬੱਚਿਆਂ ਵਾਸਤੇ ਵੀ ਜਿਨ੍ਹਾਂ ਨੇ ਜੁਆਇਨ ਕੀਤਾ, ਉਹਨਾਂ ਵਾਸਤੇ ਵੀ ਬਹੁਤ ਹੀ ਵਧੀਆ ਇੱਕ ਐਗਜ਼ਾਮਪਲ ਹੈਗਾ ਕਿ ਦਿਲ ਕਿਸੇ ਦਾ ਵੀ ਨਹੀਂ ਕਰਦਾ ਇਨੀਸ਼ੀਅਲੀ ਪਾਠ ਕਰਨ ਦਾ, ਬਟ ਗ੍ਰੈਜੂਅਲੀ ਉਹਦੀ ਇੰਪੋਰਟੈਂਸ ਜਿਹੜੀ ਹੈ ਸਾਨੂੰ ਉਹ ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦੀ ਹੈ ਕਿ ਉਹ ਕਿੰਨਾ ਜ਼ਿਆਦਾ ਇੰਟੈਗਰਲ ਪਾਰਟ ਹੈ ਸਾਡੀ ਆਪਣੀ ਲਾਈਫ ਦਾ ਹੀ, ਤੇ ਉਹਦੇ ਬਿਨਾਂ ਗੁਜ਼ਾਰਾ ਨਹੀਂ। ਜਿਵੇਂ ਆਪ ਜੀ ਨੇ ਬਿਲਕੁਲ ਸਹੀ ਕਿਹਾ ਕਿ ਉਹ ਜਿਹੜੀ ਕਮੀ ਜਿਹੜੀ ਹੈ ਜਦ ਮਹਿਸੂਸ ਹੋਣ ਲੱਗ ਜਾਵੇ, ਤਾਂ ਉਹਦੇ ਵਾਸਤੇ ਆਈ ਥਿੰਕ ਉਦਮ ਆਪੇ ਹੀ ਹੋਣ ਲੱਗ ਜਾਂਦਾ। ਅਸੀਂ ਲੱਭਣ ਲੱਗ ਜਾਂਦੇ ਹਾਂ ਵੀ ਕਿ ਆਪਾਂ ਕੁਝ ਕਰੀਏ, ਸੰਗਤ ਨਾਲ ਮਿਲ ਪਾਈਏ। ਸੋ ਮੂਵਿੰਗ ਵਿਦ ਦਿਸ ਥਾਟ ਭੈਣ ਜੀ,
ਬਿਕੋਜ਼ ਮੈਂ ਜਦ ਆਪ ਜੀ ਦੀ ਪ੍ਰੋਫਾਈਲ ਵੀ ਪੜ੍ਹੀ, ਮੈਂ ਰਿਸਰਚ ਵੀ ਕੀਤਾ, ਐਂਡ ਉਹਦੇ ਅੰਦਰ ਬਹੁਤ ਜ਼ਿਆਦਾ ਪ੍ਰੋਮੀਨੈਂਟ ਮੈਨੂੰ ਨਜ਼ਰ ਆਇਆ ਕਿ ਆਪ ਜੀ ਨੇ courageously ਸੇਵਾ ਨਿਭਾਈ ਹੈ ਡਿਜ਼ਾਸਟਰ ਰਿਲੀਫ ਦੇ ਅੰਦਰ। ਸੋ ਮੇਰਾ ਸਵਾਲ ਇਹਦੇ ਅੰਦਰ ਇਹ ਚੀਜ਼ ਹੈ ਕਿ ਇੰਨਾ ਟਫ ਜਿਹੜਾ ਮਾਹੌਲ ਹੁੰਦਾ ਲਾਈਕ ਸੁਨਾਮੀ, ਅਰਥਕੁਏਕਸ ਐਂਡ ਹਰੀਕੇਨਸ, ਜਿੱਥੇ actually death ਹੋ ਰਹੀ ਹੈ ਤੁਹਾਡੇ ਸਾਹਮਣੇ and it's such a chaos all around you, ਉਸ ਮੌਕੇ ਦੇ ਅੰਦਰ ਕਿਵੇਂ ਤੁਸੀਂ ਆਪਣਾ ਉਹ ਜਿਗਰਾ ਰੱਖਿਆ ਕਿ ਤੁਸੀਂ ਆਪ ਆਪਣੀ ਹੱਥੀਂ ਸੇਵਾ ਕਰਨਾ, because you decided to serve ਆਪਣੇ ਆਪ ਜਾ ਕੇ, and what kept you in the moment ਕਿ ਮੈਂ ਇੱਥੇ ਆਈ ਹਾਂ ਸੇਵਾ ਕਰਨ, and selflessly ਕਿਵੇਂ ਆਪ ਜੀ ਉਸ ਨੂੰ ਸੇਵਾ ਕੀਤਾ? Would you please share your experience on that? Oh, sure. ਜਦੋਂ ਤੁਸੀਂ ਉਸ ਮਾਹੌਲ ਵਿੱਚ ਹੁੰਦੇ ਹੈਗੇ ਆ, ਤੁਸੀਂ ਦੇਖਦੇ ਹੈਗੇ ਵੀ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਕੁਛ ਹੈਗਾ, you're safe, ਤੁਹਾਡੀ ਫੈਮਿਲੀ ਸੇਫ ਹੈਗੀ ਹੈ। ਤੇ ਜਿਸ ਤਰ੍ਹਾਂ ਉੱਥੇ ਸੁਨਾਮੀ ਤੇ ਗਏ ਸੀਗੀ, ਲਾਸ਼ਾਂ ਪਰ ਲਾਸ਼ਾਂ ਤੁਸੀਂ ਦੇਖਦੇ ਹੈਗੇ ਵੀ ਇਹ ਵੀ ਬੰਦੇ ਸੀਗੇ, ਇਹਨਾਂ ਦੇ ਵੀ ਜ਼ਿੰਦਗੀ ਸੀਗੀ, ਇਹਨਾਂ ਦੇ ਵੀ ਹੋਪਸ ਐਂਡ ਡ੍ਰੀਮਸ ਹੁੰਦੇ ਸੀਗੇ, ਤੇ ਇੱਕ ਸਕਿੰਟ ਵਿੱਚ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਚਲੇ ਗਈ ਹੈਗੀ ਆ। ਤੇ ਬਸ ਉਸ ਮੂਮੈਂਟ ਵਿੱਚ ਨਾ ਤੁਸੀਂ ਜੋ ਕੁਛ ਕਰ ਸਕਦੇ ਹੈਗੇ, ਕਰਨਾ ਚਾਹੁੰਦੇ ਹੈਗੇ ਆ, ਤੇ ਉਹ ਤੁਸੀਂ ਜਿਸ ਤਰ੍ਹਾਂ ਬੀ ਹੇਅਰ ਬੀ ਨਾਓ ਕਹਿੰਦੇ ਹੈਗੇ ਆ ਨਾ, ਵੀ ਤੁਸੀਂ ਸੇਵਾ ਕਰਨ ਲਈ ਆਏ ਹੈਗੇ ਆ, ਸੇਵਾ ਕਰਕੇ ਜਾਓਗੇ। ਜਿੰਨਾ ਵੀ ਤੁਸੀਂ ਟਾਈਮ ਲਗਾ ਸਕਦੇ, ਮਾਇਆ ਦੇ ਸਕਦੇ ਹੈਗੇ, ਟਾਈਮ ਦੇ ਸਕਦੇ, ਉਹਨਾਂ ਨੂੰ ਇੰਸਪੀਰੇਸ਼ਨ, ਜਿਹੜੇ ਸਰਵਾਈਵਰਸ ਹੈਗੇ ਆ ਉਹਨਾਂ ਨੂੰ ਇੰਸਪੀਰੇਸ਼ਨ ਦੇ ਕੇ ਵੀ ਤੁਸੀਂ ਰੱਬ ਤੇ ਭਰੋਸਾ ਰੱਖਣਾ ਹੈਗਾ। ਇਹ ਘਟਨਾ ਹੋਈ ਹੈਗੀ ਆ, ਪਰ ਫਿਰ ਵੀ ਰੱਬ ਨੇ ਤੁਹਾਡਾ ਹੱਥ ਫੜ ਕੇ ਤੁਹਾਨੂੰ ਜਿੱਥੇ ਲਿਜਾਣਾ ਹੈਗਾ ਲੈ ਕੇ ਜਾਣਗੇ। ਐਂਡ ਔਖਾ ਤਾਂ ਬਿਲਕੁਲ ਹੈਗਾ, ਜਿੱਥੇ ਵੀ ਜਾਓ ਤੁਹਾਨੂੰ ਚੈਲੰਜਸ ਮਿਲਣੀਆਂ ਹੈਗੀਆਂ, ਪਰ ਇਹ ਸੋਚਣਾ ਵੀ ਰੱਬ ਨੇ ਤੁਹਾਨੂੰ ਇੱਥੇ ਪਹੁੰਚਾਇਆ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਰਸਤਾ ਲੱਭ ਹੀ ਦੇਣਾ ਹੈਗਾ। ਮੈਂ ਜਦੋਂ ਹਰ ਵੇਲੇ ਜਾਂਦੀ ਹੈਗੀ, ਮਾਈਂਡ ਸੈਟ ਬਣਾ ਕੇ ਆ ਕਰਨਾ ਹੈਗਾ, ਤੇ ਮੈਂ ਸੋਚਦੀ ਨਹੀਂ ਹਾਂ ਵੀ ਕਿੱਦਾਂ ਕਰਨਾ, ਕਿ ਕਿਸ ਤਰ੍ਹਾਂ ਹਾਊ ਪ੍ਰੋਸੈਸ ਜਿਹੜਾ ਹੁੰਦਾ ਨਾ, ਉਹ ਮੈਂ ਸੋਚਦੀ ਨਹੀਂ ਹੁੰਦੀ। ਆਪਣੇ ਆਪ ਰੱਬ ਲੱਭ ਦਿੰਦਾ ਹੈਗਾ, ਗੁਰੂ ਸਾਹਿਬ ਉੱਥੇ ਬਣਾ ਦਿੰਦਾ ਰਸਤਾ। ਜੇ ਤੁਸੀਂ ਆਪਣਾ ਮਨ ਬਣਾਓ, ਜੋ ਕੁਛ ਚੀਜ਼ ਕਰਨੀ ਹੈਗੀ, ਸਪੈਸ਼ਲੀ ਚੰਗੀ ਚੀਜ਼, ਤੁਹਾਨੂੰ ਇਹ ਸਾਰੀ ਸੋਚ ਜਿਹੜੀ ਹੁੰਦੀ ਨਾ, ਪ੍ਰੋਸੈਸ ਕਿਸ ਤਰ੍ਹਾਂ ਕਿੱਦਾਂ ਹੋਊਗਾ, ਪੈਸੇ ਕਿੱਥੋਂ ਆਉਗੇ, ਉਹ ਤੁਸੀਂ ਉਹ ਤੁਹਾਡੇ ਸਟਰਗਲਸ ਨਹੀਂ ਹੋਣਗੇ, ਆਪਣੇ ਆਪ ਹੀ ਵਾਹਿਗੁਰੂ ਤੁਹਾਨੂੰ ਰਸਤਾ ਦਿਖਾ ਦਿੰਦਾ ਹੈਗਾ। ਬਸ ਉਮੀਦ ਹੁੰਦੀ ਹੈਗੀ ਵੀ ਕਰਨਾ ਹੈਗਾ, ਚੰਗਾ ਕੁਛ ਕਰਨਾ ਹੈਗਾ, ਦੂਸਰੇ ਲਈ ਭਲਾ ਕਰਨਾ ਹੈਗਾ। ਸੋ ਆਪਣੇ ਆਪ ਹੀ ਉਹ ਜਿਹੜੇ ਚੈਲੰਜਸ ਹੈਗੇ ਆ ਨਾ, ਗੁਰੂ ਸਾਹਿਬ ਤੁਹਾਨੂੰ ਮੱਤ ਦੇ ਦਿੰਦਾ ਹੈਗਾ ਵੀ ਕਿਸ ਤਰ੍ਹਾਂ ਇਹ ਚੈਲੰਜ ਦੇ ਉੱਪਰ ਰਾਈਜ਼ ਕਰਨਾ ਹੈਗਾ, ਤੇ ਕਿਸ ਤਰ੍ਹਾਂ ਅਸੀਂ ਆਪਣੇ ਆਪ, ਪਤਾ ਨਹੀਂ ਰੱਬ ਹੀ ਦੇ ਦਿੰਦਾ ਹੈਗਾ ਸਾਰਾ ਕੁਝ। I can completely ਮਤਲਬ ਮੈਂ ਉਸਨੂੰ ਜਦ ਮੈਂ ਪੜ੍ਹ ਰਿਹਾ ਸੀਗਾ, ਮੈਂ ਓਨੈਸਟਲੀ ਕਹਿ ਰਿਹਾ ਕਿ ਪੜ੍ਹਨਾ ਬਹੁਤ ਆਸਾਨ ਹੁੰਦਾ ਐਂਡ ਜੀਣਾ ਤੇ ਉੱਥੇ ਰਹਿਣਾ ਹੁਣ ਵੀ ਆਪ ਜੀ ਨੇ ਸ਼ਾਇਦ ਬਹੁਤ ਥੋੜੇ ਜਿਹੇ ਸਮੇਂ ਦੇ ਅੰਦਰ ਦੱਸਤਾ, ਬਟ ਆਈ ਨੋ ਕਿੰਨੀਆਂ ਇਮੇਜਸ, ਕਿੰਨੇ ਵਿਜ਼ੂਅਲਾਈਜ਼ੇਸ਼ਨਸ ਵਿਜ਼ੂਅਲਸ ਤੁਹਾਡੇ ਮਨ ਵਿੱਚ ਗੁਜ਼ਰ ਰਹੇ ਹੋਣਗੇ ਜਦ ਆਪ ਜੀ ਇਸ ਐਕਸਪੀਰੀਅੰਸ ਬਾਰੇ ਸ਼ੇਅਰ ਕਰ ਰਹੇ ਹੋ। ਇਹਦੇ ਉੱਪਰ ਇੱਕ ਚੀਜ਼ ਜ਼ਰੂਰ ਮੈਂ ਸਾਰਿਆਂ ਨਾਲ ਸਾਂਝ ਕਰਨਾ ਚਾਹਾਂਗਾ ਕਿ these are very extreme conditions ਜਿੱਥੇ ਭੈਣ ਜੀ ਰਹੇ ਨੇ, ਐਂਡ ਉੱਥੇ ਵੀ ਉਹਨਾਂ ਨੇ ਆਪਣਾ ਸਿਦਕ ਨਹੀਂ ਹਾਰਿਆ, ਉਹਨਾਂ ਨੇ ਸੈਲਫਲੈਸ ਹੋ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਥੇ। ਐਂਡ ਉਹਨਾਂ ਨੇ ਬਹੁਤ ਹੀ ਵਧੀਆ ਭੈਣ ਜੀ ਤੁਸੀਂ ਦੱਸਿਆ ਕਿ ਅਸੀਂ ਆਈ ਥਿੰਕ ਜ਼ਿਆਦਾਤਰ ਨਾ ਹਾਊ ਦੇ ਪ੍ਰੋਸੈਸ ਦੇ ਅੰਦਰ ਬੜਾ ਜ਼ਿਆਦਾ ਵੜ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਯਾਰ ਕਿ ਮੈਂ ਹੁਣ ਇਹ ਕਰਾਂਗਾ ਤਾਂ ਕਿੱਦਾਂ ਕਰਾਂਗਾ, ਤਾਂ ਮੈਨੂੰ ਅੱਗੇ ਕੀ ਮਿਲੇਗਾ। ਐਂਡ ਜ਼ਿਆਦਾਤਰ ਜਦ ਮੈਂ ਚੰਗਾ ਕੰਮ ਕਰਨ ਲੱਗਾ ਜਾਂ ਮੈਂ ਸਪਿਰਿਚੁਅਲਿਟੀ ਵਾਲੀ ਸਾਈਡ ਜਾਂ ਕੁਛ ਸੈਲਫ ਇੰਪਰੂਵਮੈਂਟ ਵਾਲੀ ਸਾਈਡ ਜਾਣ ਲੱਗਾ ਤਾਂ ਮੈਨੂੰ ਬਹੁਤ ਜ਼ਿਆਦਾ ਉਸ ਪ੍ਰੋਸੈਸ ਓਰੀਐਂਟਡ ਮੈਂ ਬਣ ਜਾਂਦਾ। ਪ੍ਰੋਬੇਬਲੀ ਅੱਜ ਕੱਲ ਮਾਹੌਲ ਹੀ ਏਦਾਂ ਦਾ ਹੈ, ਬੁੱਕਸ ਨੇ, ਆਰਟੀਕਲਸ ਨੇ, ਦੇ ਗਿਵ ਯੂ ਸ਼ਾਰਟਕਟਸ, ਦੇ ਗਿਵ ਯੂ ਟਿਪਸ ਹਾਊ ਟੂ ਡੂ ਇਟ, ਬਟ ਮੈਨੂੰ ਲੱਗਦਾ ਵੀ ਆਪ ਜੀ ਦੇ ਐਕਸਪੀਰੀਅੰਸ ਤੋਂ ਇੱਕ ਚੀਜ਼ ਜ਼ਰੂਰ ਮੈਂ ਵੀ ਸਿੱਖ ਕੇ ਜਾ ਰਿਹਾ ਕਿ ਯੂ ਜਸਟ ਡੂ ਅਰਦਾਸ, ਯੂ ਜਸਟ ਉਸ ਸੇਵਾ ਵਾਸਤੇ ਤੁਸੀਂ ਬਸ ਸੋਚ ਲਓ, ਗੁਰੂ ਨੂੰ ਕਹਿ ਦਿਓ ਕਿ ਗੁਰੂ ਜੀ ਸੇਵਾ ਕਰਵਾਓ, ਤੇ ਉਹ ਆਪ ਆਈ ਥਿੰਕ ਉਹ ਗੋਦੀ 'ਚ ਚੱਕ ਕੇ ਨਾ ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਕਰਵਾ ਦਿੰਦੇ ਨੇ। ਸੋ ਇਟਸ ਰੀਅਲੀ ਅਮੇਜ਼ਿੰਗ।
ਭੈਣ ਜੀ ਤੁਸੀਂ ਇਹ ਦੱਸਿਆ ਐਂਡ ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿ ਇੰਨਾ ਔਖੇ ਸਮੇਂ ਦੇ ਅੰਦਰ ਵੀ ਜੇ ਭੈਣ ਜੀ ਯੂ ਕੈਨ ਆਮ ਲਾਈਕ ਗੁਰੂ ਕਿਰਪਾ ਰੱਖ ਸਕਦੇ ਨੇ ਤਾਂ ਅੱਜ ਕੱਲ੍ਹ ਤਾਂ ਵੀ ਹੈਵ ਆਲ ਦ ਫੈਸਿਲਿਟੀਜ਼, ਸਾਡੇ ਕੋਲ ਸਾਰਾ ਕੁਝ ਹੈਗਾ। ਤੇ ਜੇ ਅਸੀਂ ਆਪਣੇ ਸਪਿਰਿਚੁਅਲਿਟੀ ਜਾਂ ਆਪਾਂ ਗੁਰੂ ਵਾਸਤੇ ਜਾਂ ਸਿੱਖ ਇਤਿਹਾਸ ਨੂੰ ਜਾਣਨ ਵਾਸਤੇ ਜਾਂ ਜੇ ਆਪਾਂ ਸਿਰਫ ਸਵੇਰੇ ਉੱਠ ਕੇ ਜੇ ਪਾਠ ਕਰਨ ਵਾਸਤੇ ਹੀ ਜੇ ਆਪਾਂ ਉੱਦਮ ਕਰ ਲਈਏ ਤਾਂ ਲੌਂਗ ਰਨ ਦੇ ਅੰਦਰ ਸਾਨੂੰ ਆਈ ਥਿੰਕ ਬਹੁਤ ਜ਼ਿਆਦਾ ਹੀ ਬੈਨੀਫੀਸ਼ੀਅਲ ਹੋਏਗਾ। ਸੋ ਮੂਵਿੰਗ ਫਾਰਵਰਡ ਭੈਣ ਜੀ, ਇੱਕ ਚੀਜ਼ ਮੈਂ ਜ਼ਰੂਰ ਆਪ ਜੀ ਦੇ ਨਾਲ, ਥੀਸ ਆਰ ਦ ਫੋਟੋਗ੍ਰਾਫਸ ਜਿੱਥੇ ਪਾਰਲੀਮੈਂਟ ਆਫ ਵਰਲਡਸ ਰਿਲੀਜਨ ਦੇ ਅੰਦਰ ਆਪ ਜੀ ਨੇ ਇੰਟਰਫੇਥ ਟਾਕ ਦਿੱਤੀਆਂ ਨੇ। ਸੋ ਇਹਦੇ ਅੰਦਰ ਮੇਰਾ ਐਕਚੁਅਲੀ ਜਦ ਮੈਂ ਆਪ ਜੀ ਬਾਰੇ ਦੇਖਦਾ ਪਿਆ ਸੀਗਾ ਤਾਂ ਮੇਰੇ ਮਾਈਂਡ ਦੇ ਅੰਦਰ ਸਿਰਫ ਇੱਕ ਚੀਜ਼ ਆਈ ਕਿ ਆਫ ਕੋਰਸ ਕਿ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਐਜ਼ ਅ ਕਮਿਊਨਿਟੀ ਇੰਟਰਫੇਥ ਟਾਕਸ ਦੇ ਅੰਦਰ, ਤੇ ਉਹ ਤਾਂ ਆਪਣੇ ਆਪ ਵਿੱਚ ਇੱਕ ਬਹੁਤ ਹੀ ਜ਼ਿਆਦਾ ਵੱਡਾ ਅਚੀਵਮੈਂਟ ਹੈ। ਗੁਰੂ ਸਾਹਿਬ ਨੇ ਸਾਨੂੰ ਉਹ ਸੇਵਾ ਬਖਸ਼ੀ ਕਿ ਆਪਾਂ ਕੁਝ ਜਾ ਕੇ ਕਮਿਊਨਿਟੀ ਵਾਸਤੇ ਕਰ ਸਕੀਏ, ਬੋਲ ਸਕੀਏ। ਬਟ ਉਹਦੇ ਨਾਲ ਮੈਂ ਇੱਕ ਇਹ ਚੀਜ਼ ਜਾਣਨਾ ਚਾਹੁੰਦਾ ਕਿ ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਵੀ ਆ ਜਾਂਦੀ ਹੈ ਐਜ਼ ਅ ਸਪੀਕਰ ਤੁਹਾਨੂੰ, ਐਜ਼ ਅ ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਇੱਕ ਪੂਰੀ ਕਮਿਊਨਿਟੀ ਨੂੰ। ਸੋ ਕਦੀ ਤੁਹਾਡੇ ਮਾਈਂਡ ਦੇ ਅੰਦਰ ਉਹ ਇੱਕ ਐਜ਼ ਅ ਪ੍ਰੈਸ਼ਰ ਜਾਂ ਐਜ਼ ਅ ਚੈਲੰਜ ਵੀ ਆਉਂਦਾ ਸੀਗਾ? ਕਿਉਂਕਿ now everyone would be looking you as the focal point of that community, so there is no I mean 0% of error that they can expect from you. So ਕਦੀ ਏਦਾਂ ਦਾ ਚੈਲੰਜ ਵੀ ਤੁਸੀਂ ਡੀਲ ਕੀਤਾ ਇਹਦੇ ਨਾਲ? Definitely. I think ਜਦੋਂ ਵੀ ਸਪੀਕ ਕਿਤੇ ਜਾਂ ਸਪੀਚ ਕਰਨੀ ਹੁੰਦੀ ਹੈਗੀ ਆ, ਹਰ ਵੇਲੇ ਡਰ ਜਿਹਾ ਹੁੰਦਾ ਹੀ ਹੈਗਾ ਬਈ ਕੁਝ ਸਵਾਲ ਜੇ ਕੋਈ ਪੁੱਛ ਲੇ ਮੈਂ ਉਹ ਜਵਾਬ ਦੇ ਸਕਦੀ ਹੈਗੀ ਆ। ਬਟ ਓਵਰ ਟਾਈਮ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਐਕਸਪਰਟ ਹੈਗੇ ਆ, ਕਿਉਂਕਿ ਜੇ ਤੁਸੀਂ ਆਪਣੀ ਰਿਸਰਚ ਕੀਤੀ ਹੈਗੀ ਆ, ਤੁਸੀਂ ਸਿੱਖ ਹੈਗੇ ਆ ਪੈਨਲ ਤੇ, ਹੋਰ ਕਿਸੇ ਨੂੰ ਸਿੱਖੀ ਬਾਰੇ ਇੰਨਾ ਪਤਾ ਨਹੀਂ ਹੋਗਾ। ਜੇ ਤੁਸੀਂ ਪੜ੍ਹੋਗੇ ਸਿੱਖ ਹਿਸਟਰੀ ਨੂੰ, ਗੁਰਬਾਣੀ ਨੂੰ, ਤੁਹਾਨੂੰ ਆਪਣੇ ਆਪ ਉਹ ਐਗਜ਼ਾਮਪਲਸ ਆ ਜਾਂਦੇ ਹੈਗੇ ਆ। ਤੇ ਜਦੋਂ ਲੋੜ ਪੈਂਦੀ ਹੈਗੀ ਕਿਸੇ ਨੂੰ ਦੱਸਣਾ ਵੀ, ਪਰ ਦੂਸਰਿਆਂ ਦਾ ਵੀ ਥੋੜਾ ਜਿਹਾ ਜਾਣਕਾਰੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੂਸਰੇ ਮਜ਼ਹਬ ਲਾਈਕ ਉਹਨਾਂ ਨੇ ਵੇਦ ਵੀ ਪੜ੍ਹੇ ਹੈਗੇ ਆ। ਰਿਸਰਚ ਤਾਂ ਕਰਕੇ ਨਾ, ਜਿੰਨਾ ਤੁਸੀਂ ਰਿਸਰਚ ਕਰੋਗੇ, ਜਿੰਨਾ ਤੁਸੀਂ ਪੜ੍ਹੋਗੇ, ਜਿੰਨਾ ਤੁਸੀਂ ਦੂਸਰਿਆਂ ਬਾਰੇ ਪਤਾ ਜਾਣਕਾਰੀ ਕਰੋਗੇ, ਉਹਨਾਂ ਤੁਹਾਨੂੰ ਐਟ ਈਜ਼ ਸਪੀਕਿੰਗ ਲਈ ਤੁਹਾਨੂੰ ਫਿਰ ਇੰਨੀ ਚਿੰਤਾ ਨਹੀਂ ਹੁੰਦੀ ਵੀ ਮੈਂ ਕਰ ਸਕੂੰਗੀ ਜਾਂ ਨਹੀਂ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ 24 ਸਾਲ ਘਰੋਂ ਬਾਹਰ ਨਿਕਲ ਕੇ ਗੁਰੂ ਸਿੱਖੀ ਬਾਰੇ ਦੱਸਿਆ ਸੀਗਾ। 24 years ਹਨਾ, ਫੈਮਿਲੀ ਨੂੰ ਛੱਡ ਕੇ ਗਏ। ਤੇ ਸਾਨੂੰ ਵੀ ਫਰਜ਼ ਬਣਦਾ ਹੁੰਦਾ ਵੀ ਅਸੀਂ ਵੀ ਐਂਬੈਸਡਰ ਸਿੱਖੀ ਬਾਰੇ ਬਣੀਏ। ਤੇ ਮੈਨੂੰ ਲੱਗਦਾ ਸੀਗਾ ਕਿ ਸਪੈਸ਼ਲੀ ਅਮਰੀਕਾ ਵਿੱਚ ਸਿੱਖਾਂ ਨੂੰ ਪੜ੍ਹਾਉਂਦੇ ਨਹੀਂ ਹੈਗੇ ਇਹ ਸਕੂਲਾਂ ਵਿੱਚ ਵੀ ਰਿਲੀਜਨ ਕੀ ਹੈਗੇ, ਕਿਹੜੇ ਕਿਹੜੇ ਵੱਖਰੇ ਰਿਲੀਜਨਸ ਹੈਗੇ। ਸੋ ਐਜੂਕੇਸ਼ਨ, ਜਾਣਕਾਰੀ ਕਰਨੀ ਬਹੁਤ ਹੀ ਜ਼ਰੂਰੀ ਹੈਗੀ, ਕਿਉਂਕਿ ਸਾਨੂੰ ਮਿਸਟੇਕਨ ਆਈਡੈਂਟਿਟੀ, ਸਾਨੂੰ ਅਰਬ ਸੋਚਦੇ ਹੈਗੇ ਆ, ਪਤਾ ਨਹੀਂ ਪੱਗ ਦੇਖ ਕੇ ਕੀ ਸਪੈਸ਼ਲੀ ਇਮੇਜਸ ਮੀਡੀਆ ਜੋ ਦਿਖਾਉਂਦੇ ਹੈਗੇ ਆ ਬਹੁਤ ਹੀ ਨੈਗੇਟਿਵ ਹੁੰਦੀਆਂ ਹੈਗੀਆਂ ਤੇ ਬਾਰ-ਬਾਰ ਦਿਖਾਉਂਦੇ ਹੈਗੇ ਆ। ਸੋ ਉਸ ਕਰਕੇ ਮੇਰਾ ਫਰਜ਼, ਮੈਂ ਸੋਚਦੀ ਸੀ ਵੀ ਸਾਡੀ ਕਮੀ ਕੀ ਹੈਗੀ ਆ, ਅਸੀਂ ਦੇਖਣਾ ਨਹੀਂ ਹੈਗਾ ਇਹ ਕਿਉਂ ਨਹੀਂ ਜਾਣਦੇ, ਆਪਣੇ ਆਪ ਵੱਲ ਦੇਖਣਾ ਹੈਗਾ ਅਸੀਂ ਕੀ ਕਰ ਸਕਦੇ ਇਸ ਬਾਰੇ। ਸੋ ਮੈਂ ਆਪਣੀ ਡਿਊਟੀ ਵੀ, ਗੁਰੂ ਸਾਹਿਬ ਤੁਸੀਂ ਤਾਂ ਸਾਰਿਆਂ ਨੂੰ ਆਪਣੇ ਧਰਮ ਬਾਰੇ ਦੱਸਦੇ ਹੁੰਦੇ ਵੀ ਕਿੰਨਾ ਵਧੀਆ ਧਰਮ ਹੈਗਾ ਤੇ ਆਪਣੇ ਜਿਹੜਾ ਵਨਨੈਸ ਹਿਊਮੈਨਿਟੀ ਵਿੱਚ ਹੈਗਾ। ਸੋ ਮੈਨੂੰ ਵੀ ਮੈਂ ਅਰਦਾਸ ਕਰਕੇ ਵੀ ਇੰਟਰਫੇਥ ਦੇ ਟਾਕਸ ਮੈਂ ਟਾਕ ਕਰਨਾ ਚਾਹੁੰਦੀ ਨਹੀਂ ਹੈਗੀ, ਬਟ I don't like it, but you know ਫਰਜ਼ ਬਣਦਾ ਹੈਗਾ ਸਾਡਾ ਸਾਰਿਆਂ ਦਾ। ਤੇ ਆਪਣੇ ਆਪ ਫਿਰ ਹੌਲੀ ਹੌਲੀ ਬਣ ਜਾਂਦਾ ਹੈਗਾ ਤੁਹਾਨੂੰ ਕੀ ਕਹਿਣਾ ਹੈਗਾ, ਕਿੱਦਾਂ ਕਹਿਣਾ ਹੈਗਾ, ਕਿਹੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਦੱਸਣ ਵਾਲੀਆਂ। ਸੋ ਆਪਣੇ ਆਪ ਹੀ ਪਤਾ ਲੱਗ ਜਾਂਦਾ, ਪਰ ਤੁਹਾਨੂੰ ਉੱਦਮ ਕਰਨਾ ਪੈਂਦਾ, ਰਿਸਰਚ ਕਰਨਾ ਪੈਂਦਾ ਹੈਗਾ ਤੁਹਾਨੂੰ। ਜਿਹੜੇ ਆਪਣੇ ਫੀਅਰਸ ਹੈਗੇ ਆ ਨਾ ਸਪੀਕਿੰਗ ਜਾਂ ਹੋਰ ਕਿਸੇ ਬਾਰੇ, ਉਹ ਤੁਹਾਨੂੰ ਓਵਰਕਮ ਕਰਨੇ ਪੈਂਦੇ ਹੈਗੇ ਆ। True ਭੈਣ ਜੀ। ਐਂਡ ਜਦ ਆਪ ਜੀ ਦੱਸ ਰਹੇ ਸੀਗੇ, ਇੱਕ ਗੁਰਬਾਣੀ ਦੀ ਤੁਕ ਵਾਸ ਜਸਟ ਕਮਿੰਗ ਇਨ ਮਾਈ ਮਾਈਂਡ ਕਿ ਆਪ ਜਪੈ ਵਰਾ ਨਾਮ ਜਪਾਵੈ।
ਸੋ ਜਦ ਅਸੀਂ ਆਪ ਰਿਸਰਚ ਕਰਦੇ ਹਾਂ, ਅਸੀਂ ਉਦਮ ਕਰਦੇ ਹਾਂ ਉਹਦੇ ਪ੍ਰਤੀ, ਦੈਨ ਵਾਹਿਗੁਰੂ ਜੀ ਸਾਨੂੰ ਓਪਰਚੁਨਿਟੀ ਵੀ ਦਿੰਦੇ ਨੇ ਕਿ ਅਸੀਂ ਹੋਰਾਂ ਨਾਲ ਸਾਂਝ ਵੀ ਪਾਈਏ, ਐਂਡ ਇਨ ਅ ਪੋਜ਼ਿਟਿਵ ਵੇ, ਬਿਕਾਜ਼ ਆਈ ਥਿੰਕ ਇੰਟਰਫੇਥ ਟਾਕਸ ਆਰ ਨਾਟ ਕਿ ਆਪਾਂ ਕਿਸੇ ਨੂੰ ਆਪਣੇ ਆਪ ਨੂੰ ਉੱਪਰ ਕਰਨਾ ਜਾਂ ਨੀਵਾਂ ਕਰਨਾ, ਐਜ਼ ਯੂ ਸੈਡ ਕਿ ਵਨਨੈਸ ਤੇ ਉਦੇਸ਼ ਨਾਲ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਐਂਡ ਰਿਸਰਚ ਇਜ਼ ਵੈਰੀ ਮਚ ਇੰਪੋਰਟੈਂਟ। ਇੱਕ ਚੀਜ਼ ਹੋਰ, ਜਦ ਆਪ ਜੀ ਸਾਂਝ ਪਾ ਰਹੇ ਸੀਗੇ, ਮੈਨੂੰ ਇਹ ਚੀਜ਼ ਰਿਅਲਾਈਜ਼ ਹੋਈ ਕਿ ਆਪਣਾ ਬਿਟ ਆਪਣੇ ਵੱਲੋਂ ਜਿੰਨੀ ਤੁਸੀਂ ਉਦਮ ਕਰ ਸਕਦੇ ਹੋ, ਬਿਕਾਜ਼ ਓਬਵੀਅਸਲੀ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ, ਇਟਸ ਅ ਡਿਫਰੈਂਟ ਮਾਹੌਲ, ਉੱਥੇ ਸਿੱਖ ਨੇ, ਉੱਥੇ ਮਾਈਨੋਰਿਟੀ 'ਚ ਹਾਂ, ਬਟ ਸਟਿਲ ਵੀ ਹੈਵ ਅ ਮੈਜੋਰਿਟੀ ਇਨ ਅ ਵੇ, ਬਟ ਐਜੂਕੇਸ਼ਨ ਵਿੱਚ ਹੈ, ਗੁਰਮੁਖੀ ਹੈ, ਸੋ ਦੇਰ ਆਰ ਬਹੁਤ ਉਪਰਾਲੇ ਨੇ ਜਿਹੜੇ ਇੱਥੇ ਹੁੰਦੇ ਨੇ, ਗੁਰਮਤ ਕਲਾਸਿਸ ਐਂਡ ਆਲ ਆਫ ਥੀਸ ਥਿੰਗਸ। ਜਦ ਆਪਾਂ ਉੱਥੇ US ਦੇ ਅੰਦਰ ਸਿੰਸ ਟੈਰਰ ਅਟੈਕਸ ਮਾਈਨੋਰਿਟੀ ਦੇ ਉੱਪਰ ਐਂਡ ਹੇਟ ਰੇਟ, ਜਿਵੇਂ ਆਪ ਜੀ ਨੇ ਸਾਂਝ ਕੀਤੀ, ਉਹਦੇ ਅੰਦਰ ਆਪਣੇ ਆਪ ਨੂੰ ਫੋਕਸ ਰੱਖਣਾ ਐਂਡ ਆਪਣਾ ਛੋਟੇ ਛੋਟੇ ਉਦਮ ਕਰਦੇ ਰਹਿਣਾ, ਆਈ ਥਿੰਕ ਇਹ ਬਹੁਤ ਹੀ ਵੱਡਾ ਮੇਰੇ ਵਾਸਤੇ ਵੀ ਇੱਕ ਲਰਨਿੰਗ ਹੈਗੀ ਕਿ ਸਿਚੁਏਸ਼ਨਸ ਮੇਰੇ ਵਾਸਤੇ ਤਾਂ ਇੱਥੇ ਬਹੁਤ ਕੰਫਰਟੇਬਲ ਨੇ, ਬਟ ਫਿਰ ਵੀ ਮੇਰਾ ਉਦਮ ਨਹੀਂ ਹੋ ਪਾ ਰਿਹਾ, ਐਂਡ ਯੂ ਬੀਇੰਗ ਐਟ ਐਂਡ ਗੁਰਸਿੱਖਸ ਲਾਈਕ ਯੂ ਜਿਹੜੇ ਉੱਥੇ ਹੈਗੇ ਨੇ, ਜਿੱਥੇ ਬਹੁਤ ਹੀ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਹੁੰਦਾ ਹੈ, ਉੱਥੇ ਵੀ ਯੂ ਆਰ ਫੋਕਸਡ ਐਂਡ ਤੁਸੀਂ ਆਪਣੇ ਉਦਮ ਨੂੰ ਕਰਨਾ ਨਹੀਂ ਛੱਡਦੇ। ਸੋ ਦਿਸ ਇਜ਼ ਰੀਅਲੀ ਅਮੇਜ਼ਿੰਗ ਭੈਣ ਜੀ। ਇਹਦੇ ਨਾਲ ਇੱਕ ਚੀਜ਼ ਹੋਰ ਮੈਨੂੰ ਨਾਲ ਹੋ ਰਹੀ ਹੈ ਕਿ ਜਦ, ਕਿਉਂਕਿ ਜਿਹੜੀ ਗੁਰਮਤ ਕਲਾਸਿਸ ਨੇ ਉਹਦੇ ਅੰਦਰ ਵੀ ਹੈਵ ਗੁਰਬਾਣੀ ਦੇ ਇੱਕ ਥੀਮ ਆਪਾਂ ਨਾਲ ਚੱਲੇ ਹਾਂ ਕਿ ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ. So this is our theme for Gurmat classes. So isse de related, I would just like to ask that ki at what point during your life, probably childhood, या जब ਤੁਹਾਡਾ ਇੱਕ ਭਰੋਸਾ ਜਾਂ ਇੱਕ attraction ਗੁਰਬਾਣੀ ਦੇ ਪ੍ਰਤੀ ਤੁਹਾਡੀ ਹੋਈ, and were there any people, were there any resources ਜਿਹਨਾਂ ਨੇ ਇਨਫਲੂਐਂਸ ਕੀਤਾ ਜਾਂ ਇਨਕਰੇਜ ਕੀਤਾ ਤੁਹਾਨੂੰ ਗੁਰੂ ਨਾਲ ਜੋੜਨ ਵਾਸਤੇ, ਜਾਂ ਹੁਣ ਵੀ ਕਰਦੇ ਨੇ? ਹਾਂਜੀ, ਡੈਫੀਨਿਟਲੀ। ਇੱਕ ਤਾਂ ਮੇਰੇ ਲਈ ਕੀਰਤਨ ਬਹੁਤ ਹੀ ਜਿਸ ਤਰ੍ਹਾਂ ਐਨਰਜੀ ਦਿੰਦਾ ਹੈਗਾ ਐਂਡ ਭਰੋਸਾ ਦਿੰਦਾ ਹੈਗਾ। ਸੋ ਆਈ ਲਵ ਲਿਸਨਿੰਗ ਟੂ ਕੀਰਤਨ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਮੈਸੇਜ ਵੀਆ ਪੋਇਟਰੀ ਦਿੱਤੀ ਹੈਗੀ ਆ, ਤੇ ਨਾਟ ਜਸਟ ਦੈਟ ਪੋਇਟਰੀ ਬਟ ਆਲਸੋ ਰਾਗ ਵਿੱਚ ਦਿੱਤੀ ਹੈਗੀ ਆ, ਕਿਉਂਕਿ ਗੁਰੂ ਸਾਹਿਬ ਨੇ ਮੈਸੇਜ ਤਾਂ ਦਿੱਤਾ ਹੈਗਾ, ਬਟ ਆਲਸੋ ਉਹਨਾਂ ਨੇ ਦੱਸਿਆ ਕਿਹੜੀ ਫੀਲਿੰਗ ਨਾਲ ਹੈਗੀ ਆ, ਕਿਹੜਾ ਮੂਡ ਨਾਲ ਹੈਗਾ। ਸੋ ਸਾਰਾ ਕੁਝ ਸਾਨੂੰ ਐਕਸਪਲੇਨ ਕੀਤਾ ਹੈਗਾ, ਨਾਲੇ ਉਹ ਸੇਮ ਫੀਲਿੰਗ ਜੋ ਗੁਰੂ ਸਾਹਿਬ ਫੀਲ ਕਰਦੇ ਸੀ ਅਸੀਂ ਵੀ ਫੀਲ ਕਰ ਸਕਦੇ ਹੈਗੇ ਆ। ਸੋ ਮੇਰੇ ਲਈ ਉਹ ਜਿਹੜੇ ਸਪੈਸ਼ਲੀ ਰਾਗਾਂ ਵਿੱਚ ਹੈਗੀ ਹੈ ਨਾ, ਹੈਗਾ ਕੀਰਤਨ, ਉਹ ਪਹਿਲਾਂ ਅਪਰੀਸ਼ੀਏਟ ਨਹੀਂ ਕਰਦੀ ਸੀ, ਵੀ ਪਤਾ ਨਹੀਂ ਕਿੱਦਾਂ ਕਰਦੇ ਰਹਿੰਦੇ ਹੈਗੇ ਆ। I really didn't appreciate it, but ਜਦੋਂ ਮੈਨੂੰ ਜਾਣਕਾਰੀ, when I learned about it, ਕੀ ਹੈਗਾ ਕੀਰਤਨ, ਕਿਹੜੀ ਮੂਡ ਹੈਗੀ, ਕਿਹੜੇ ਰਾਗ ਨਾਲ, I got a greater appreciation। ਬਹੁਤ ਹੀ ਫਿਰ ਮੈਨੂੰ ਵਧੀਆ ਲੱਗਿਆ। ਹੁਣ ਵਾਪਸ ਜਾਂਦੇ ਜਦੋਂ ਰਾਗਾਂ ਵਿੱਚ ਨਹੀਂ ਕਰਦੇ, ਮਨ ਇੰਨਾ ਨਹੀਂ ਲੱਗਦਾ ਹੈਗਾ। ਤੇ ਇੱਕ ਤਾਂ ਇਹ ਹੈਗੀ, ਤੇ ਡੈਫੀਨਿਟਲੀ ਗੁਰਬਾਣੀ ਵਿਚਾਰ, ਜਿੰਨਾ ਚਿਰ ਤੁਸੀਂ ਦੇਖਦੇ ਨਹੀਂ ਹੈਗੇ ਗੁਰੂ ਸਾਹਿਬ ਕੀ ਕਹਿ ਰਹੇ ਹੈਗੇ ਆ, ਉਹ ਤੁਹਾਡੇ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਅਸਰ ਕਰਦਾ ਹੈਗਾ, ਇਫੈਕਟ ਕਰਦਾ ਹੈਗਾ, ਦੈਨ ਤੁਹਾਡੀ ਗੁਰੂ ਸਾਹਿਬ ਨਾਲ ਰਿਲੇਸ਼ਨਸ਼ਿਪ ਇੰਨੀ ਡੂੰਘੀ ਨਹੀਂ ਹੋਊਗੀ। ਤੇ ਉੱਤੋਂ ਤੋਂ ਤੁਸੀਂ ਕਹਿ ਸਕਦੇ ਹੈਗੇ ਆ ਵੀ ਹਾਂ ਅਸੀਂ ਪਾਠ ਕਰਦੇ ਹੈਗੇ, ਇਹ ਕਰਦੇ ਹੈਗੇ, ਪਰ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਹੈਗੀ ਆ। ਤੇ ਉਹ ਜੇ ਤੁਸੀਂ ਗੁਰੂ ਸਾਹਿਬ ਨਾਲ ਕਨਵਰਸੇਸ਼ਨ ਕਰੋਗੇ ਅਰਦਾਸ ਰਾਹੀਂ, ਗੁਰਬਾਣੀ ਵਿਚਾਰ ਕਰਕੇ, ਸਪੈਸ਼ਲੀ ਅਸੀਂ ਆਪਣਾ ਗਰੁੱਪ ਹਾਈ ਸਕੂਲ ਵਿੱਚ ਜਾਂ ਕਾਲਜ ਵਿੱਚ ਅਸੀਂ ਬੱਚੇ ਬਣਾ ਲਿਆ ਸੀਗਾ, ਤੇ ਸਾਡਾ ਜਿਹੜਾ I told you ਵੀ ਸਾਨੂੰ ਇੰਨੀ ਪੰਜਾਬੀ ਨਹੀਂ ਆਉਂਦੀ ਸੀ, ਦੁਬਾਰਾ ਸਿੱਖਣੀ ਪਈ ਸੀਗੀ। ਸੋ ਭੁੱਲ ਗਏ, ਜੇ ਤੁਸੀਂ ਐਵਰੀ ਡੇ ਨਾ ਯੂਜ਼ ਕਰਦੇ ਤੁਸੀਂ ਭੁੱਲ ਜਾਂਦੇ ਹੈਗੇ ਚੀਜ਼ ਨੂੰ। ਸੋ ਅਸੀਂ ਫਿਰ ਭਾਈ ਸਾਹਿਬ ਦੀਆਂ ਸਟੀਕਾਂ ਲੈ ਕੇ ਔਖੇ ਪੜ੍ਹ ਕੇ, ਹਨਾ, ਹੌਲੀ ਪੜ੍ਹ ਕੇ, but we did it as a group, and ਉਹਦੇ ਨਾਲ ਅਸੀਂ I think majority of us ਅਮਰ ਛਕ ਲਿਆ ਸੀਗਾ। ਜਦੋਂ ਅਸੀਂ ਗੁਰਬਾਣੀ ਵਿਚਾਰ ਕਰਕੇ ਨਾ, ਸਾਨੂੰ ਫਿਰ ਪਤਾ ਲੱਗਿਆ ਵੀ ਗੁਰੂ ਸਾਹਿਬ ਕੀ ਕਹਿ ਰਹੇ ਹੈਗੇ ਆ, ਤੇ ਕਿਉਂ ਨਹੀਂ ਅਸੀਂ ਗੁਰੂ ਸਾਹਿਬ ਵਾਲੀ ਜ਼ਿੰਦਗੀ ਬਣਾਉਂਦੇ। ਤੇ ਅਮਰ ਛਕਣਾ ਤਾਂ ਇੱਕ ਛੋਟੀ ਜਿਹੀ ਗੱਲ ਹੈਗੀ, ਹਾਲੇ ਅਸੀਂ ਐਂਟਰ ਕਰ ਰਹੇ ਹੈਗੇ ਆ, ਪ੍ਰੋਮਿਸ ਕਰ ਰਹੇ ਹਾਂ ਵੀ ਮੈਂ ਆਹ ਚੀਜ਼ਾਂ ਕਰਨੀਆਂ ਹਨ। ਗੁਰੂ ਸਾਹਿਬ, ਇਟ ਡਜ਼ਨਟ ਮੀਨ ਅਸੀਂ ਪਰਫੈਕਟ ਹੋ ਗਏ ਹੈਗੇ,
ਇਹ ਪਰਫੈਕਸ਼ਨ ਤਾਂ ਕਦੀ ਹੁੰਦਾ ਨਹੀਂ ਹੈਗਾ, ਪਰ ਉਹਦੇ ਰਾਹ ਉੱਤੇ ਜਾਣਾ ਹੈਗਾ ਵੀ ਅਸੀਂ ਐਵਰੀ ਡੇ ਤੁਹਾਡੇ ਰਾਹ ਉੱਤੇ ਚੱਲਣਾ ਹੈਗਾ। ਸੋ ਬਸ ਇੱਕ ਐਂਟਰੀ ਹੁੰਦੀ ਜਿਸ ਤਰ੍ਹਾਂ ਸਕੂਲ ਵਿੱਚ ਐਂਟਰੀ ਹੁੰਦੀ ਹੈਗੀ ਆ। that's amazing ਭੈਣ ਜੀ। ਸੋ ਜਿਵੇਂ ਆਪ ਜੀ ਨੇ ਕੀਰਤਨ ਦੀ ਗੱਲ ਕੀਤੀ, ਸੋ may I know ਕੋਈ specific instruments have you learned ਜਾਂ you're learning ਕੋਈ? ਹਾਂਜੀ ਹਾਂਜੀ so yes, ਕੀਰਤਨ ਮੈਂ ਕਰ ਸਕਦੀ ਹਾਂ ਵਾਜੇ ਤੇ। So recently Dilruba classes any basics ਹਲੇ ਹੈਗੀ ਆ ਤੇ ਤਬਲਾ ਵੀ because you need to know beat ਹਨਾ, ਤਾਲ ਦਾ ਪਤਾ ਪਹਿਲਾਂ ਚੱਲਣਾ ਪੈਂਦਾ। ਮੈਂ actually ਜਦੋਂ pharmacy school finish ਕੀਤਾ ਸੀਗਾ 1 ਸਾਲ ਇੱਥੇ ਚੰਡੀਗੜ੍ਹ and ਰਹਿ ਕੇ ਆਈ ਸੀ, ਮੈਂ ਸੋਚਦੀ ਸੀ ਵੀ ਹੁਣ 25-26 ਸਾਲ ਅਸੀਂ ਕਰ ਲਏ ਹੈਗੇ ਆ ਫਾਰਮਾਸਿਸਟ ਬਣਨ ਵਿੱਚ, ਤੇ ਕਿੰਨਾ ਟਾਈਮ ਅਸੀਂ ਲਾਉਂਦੇ ਹੈਗੇ ਆ ਜੇ ਗੁਰਬਾਣੀ ਗੁਰੂ ਸਾਡਾ ਸਾਰਾ ਕੁਝ ਹੈਗਾ, ਅਸੀਂ ਕਿੰਨਾ ਚਿਰ ਟਾਈਮ ਲਾਉਂਦੇ ਹੈਗੇ ਗੁਰੂ ਸਾਹਿਬ ਨੂੰ ਜਾਣ ਲਈ ਵੀ ਉਹਨਾਂ ਨੇ। ਸੋ 1 ਸਾਲ ਮੈਂ ਫਿਰ ਫਾਰਮੇਸੀ ਕਰਕੇ ਗ੍ਰੈਜੂਏਟ ਕਰਕੇ ਮੈਂ 1 ਸਾਲ ਇੱਥੇ ਇੰਡੀਆ ਲਾਇਆ ਸੀਗਾ ਤੇ ਉੱਥੇ ਹੀ ਸਾਰਾ ਕੁਝ ਸਿੱਖਿਆ ਸੀਗਾ, ਗੱਤਕਾ ਸਿੱਖਿਆ ਸੀਗਾ, ਸਿੱਖ ਹਿਸਟਰੀ ਸਿੱਖੀ ਸੀਗੀ, ਗੁਰਬਾਣੀ ਵਿਚਾਰ ਤੇ ਕਾਫੀ ਕੁਝ ਸਿੱਖਿਆ ਸੀਗਾ। ਸੋ ਐਂਡ ਉੱਥੇ ਵੀ ਅਸੀਂ ਫਿਰ ਕੀਰਤਨ ਵੀ ਸਿੱਖਿਆ। ਉਹਨਾਂ ਨੇ ਪਹਿਲਾਂ ਵੋਕਲਸ ਦੱਸੇ ਤੇ ਫਿਰ ਉਹਨਾਂ ਨੇ ਤਬਲਾ ਸਾਰਿਆਂ ਨੂੰ ਸਿਖਾਇਆ ਬੀਟਸ ਤੇ। ਸੋ ਤਬਲਾ ਬੇਸਿਕਸ ਮੈਨੂੰ ਪਤਾ ਹੈਗਾ, ਆਈ ਕੈਨ ਪਲੇ ਨਾਟ ਦੈਟ ਗ੍ਰੇਟ ਬਟ ਸਟਿਲ ਉਹ ਜਾਣਕਾਰੀ ਜ਼ਰੂਰੀ ਹੁੰਦੀ ਆ। ਦੈਨ ਵਾਜੇ ਤੇ ਹੁਣ ਦਿਲਰਬਾ ਸਿੱਖ ਰਹੀ ਹੈਗੀ ਆ। ਸੋ ਮੈਨੂੰ ਇੱਦਾਂ ਲੱਗ ਰਿਹਾ ਵੀ ਇੱਕ ਗੁਰਸਿੱਖ ਦਾ ਜੀਵਨ ਉਹ ਸਟੈਗਨੈਂਟ ਕਦੀ ਹੋ ਹੀ ਨਹੀਂ ਸਕਦਾ। ਇਟਸ ਲਾਈਕ ਕਿ ਤੁਸੀਂ ਇੱਕ ਛੱਡਦੇ ਹੋ ਫਿਰ ਦੂਜਾ ਉਹ ਸੋ ਇੱਕ ਵੀਰ ਜੀ ਸਾਡੇ ਕੋਲ ਆਏ ਸੀਗੇ ਐਂਡ ਉਹਨਾਂ ਨੇ ਬੜੀ ਪਿਆਰੀ ਗੱਲ ਸਾਡੇ ਆਪਣੇ ਸੈਸ਼ਨ ਵਿੱਚ ਦੱਸੀ ਸੀ ਕਿ ਕਹਿੰਦੇ ਵੀ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਬੇਅੰਤ ਗੁਣ ਨੇ ਤੇ ਹਰ ਇੱਕ ਗੁਣ ਬੇਅੰਤਤਾ ਵੱਲ ਜਾ ਰਿਹਾ। ਸੋ ਅਸੀਂ ਜਿੱਥੇ ਮਰਜ਼ੀ ਖੋਜ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਈਏ ਉਹ ਅੰਤ ਤਾਂ ਹੈ ਹੀ ਨਹੀਂ। ਵੀ ਜਸਟ ਕੀਪ ਐਕਸਪਲੋਰਿੰਗ ਐਂਡ ਭੈਣ ਜੀ ਤੁਸੀਂ ਬਹੁਤ ਹੀ ਗੱਲਾਂ ਦੇ ਅੰਦਰ ਤੁਸੀਂ ਇੱਕ ਪਿਆਰਾ ਜਿਹਾ ਇੱਕ ਪ੍ਰੋਸੈਸ ਵੀ ਦੱਸਤਾ ਬੱਚਿਆਂ ਨਾਲ, ਇੱਕ ਸਾਂਝ ਪਾਤੀ ਕਿ ਅਸੀਂ ਸਾਡਾ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਕਿ ਆਪਾਂ ਰਿਪੀਟ ਕਿਉਂ ਕਰੀਏ, ਰੋਜ਼ ਦਾ ਨਿਤਨੇਮ ਕਿਉਂ, ਮਤਲਬ ਕੀ ਹੋ ਰਿਹਾ ਮਤਲਬ ਮੈਨੂੰ, ਕਿਉਂਕਿ ਬਿਕਾਜ਼ ਮੈਨੂੰ ਕੁਝ ਉਹਦਾ ਵਿਜ਼ੂਅਲੀ ਦਿਖਦਾ ਨਹੀਂ ਪਿਆ। ਜਿਵੇਂ ਕਿ ਮੈਂ ਪੈਸੇ ਦੇਵਾਂ ਤਾਂ ਚਲੋ ਮੈਂ ਕੋਈ ਚੀਜ਼ ਖਰੀਦ ਲਈ, ਬਟ ਮੈਂ ਜੇ ਪਾਠ ਕਰ ਰਿਹਾ ਤਾਂ ਮੇਰਾ ਮਾਈਂਡ ਹਜੇ ਉਸਨੂੰ ਐਕਸੈਪਟ ਨਹੀਂ ਕਰ ਪਾ ਰਿਹਾ ਕਿ ਕੁਝ ਚੇਂਜਸ ਮੇਰੇ ਅੰਦਰ ਆਣਗੇ ਜਾਂ ਕੁਝ ਉਹਦਾ ਫਲ ਮਿਲ ਰਿਹਾ। ਸੋ ਉਹਦੇ ਨਾਲ ਆਪ ਜੀ ਨੇ ਕਿਹਾ ਕਿ ਰੈਪੀਟੀਸ਼ਨ ਕਰਨੀ ਕਿੰਨੀ ਜ਼ਰੂਰੀ ਹੈ, ਕਿਉਂਕਿ ਆਪਾਂ ਪਹਿਲਾਂ ਆਪ ਜੀ ਨੇ ਕੀਰਤਨ ਤੋਂ either way ਚਾਹੇ ਕੋਈ ਸ਼ਬਦ ਵਿਚਾਰ ਤੋਂ ਜੁੜੇ ਜਾਂ ਕੀਰਤਨ ਤੋਂ, ਬਟ ਕੀਰਤਨ ਇਜ਼ ਦ ਈਜ਼ੀਐਸਟ ਫਾਰਮ ਕਿਉਂਕਿ ਸਾਡੀ ਬਾਡੀ ਆਈ ਥਿੰਕ ਮਿਊਜ਼ਿਕ ਦੇ ਰਿਦਮ ਦੇ ਨਾਲ ਚੱਲਦੀ ਹੈ ਐਂਡ ਉਹ ਬਹੁਤ ਜਲਦੀ ਉਹਨੂੰ ਰੈਜ਼ੋਨੇਟ ਕਰ ਲੈਂਦੀ ਹੈ ਮਿਊਜ਼ਿਕ ਦੇ ਨਾਲ। ਐਂਡ ਦੈਨ ਗ੍ਰੈਜੂਅਲੀ ਆਪਾਂ ਜਦ ਸ਼ਬਦ ਵਿਚਾਰ ਕਰਦੇ ਹਾਂ ਵਿਚ ਇਜ਼ ਵੈਰੀ ਮਚ ਇੰਪੋਰਟੈਂਟ। ਆਪ ਜੀ ਨੇ ਬਹੁਤ ਪਿਆਰੀ ਗੱਲ ਕੀਤੀ ਕਿ ਉਹ ਕਿਉਰਿਓਸਿਟੀ ਵਾਲਾ ਜਿਹੜਾ ਉਦਮ ਹੈ, ਆਈ ਥਿੰਕ ਖਜ਼ਾਨੇ ਬਹੁਤ ਨੇ। there are so many authors, ਸਾਡੇ ਕੋਲ ਕਿੰਨੇ ਸਕ੍ਰਿਪਚਰਸ ਨੇ, ਬੁੱਕਸ ਨੇ, ਜੇ ਆਪਾਂ ਸਟੀਕ ਸਾਡੇ ਕੋਲ ਕਿੰਨੇ ਨੇ, ਸਿੱਖ ਮਿਸ਼ਨਰੀ ਕਾਲਜ ਦੇ ਇੰਨੀ ਜ਼ਿਆਦਾ ਕਿਤਾਬਾਂ ਛਪਦੀਆਂ ਨੇ ਐਂਡ ਇੰਨੇ ਜ਼ਿਆਦਾ ਉਪਰਾਲੇ ਹੁੰਦੇ ਨੇ, ਪਰ ਉਹ ਜਿਹੜੀ ਕਿਉਰਿਓਸਿਟੀ ਵਾਲਾ ਜਿਹੜਾ ਉਦਮ ਹੈ ਉਹ ਆਈ ਥਿੰਕ ਜਿਵੇਂ ਤੁਸੀਂ ਕਿਹਾ ਵੀ ਫੈਮਿਲੀ ਵੱਲੋਂ ਜਾਂ ਸ਼ਬਦ ਵਿਚਾਰ ਜਿਵੇਂ ਆਪ ਜੀ ਕਰਦੇ ਰਹੇ ਐਂਡ ਰੈਪੀਟੀਸ਼ਨ ਦੇ ਨਾਲ ਉਹ ਚੀਜ਼ ਜੁੜੀ। ਆਈ ਥਿੰਕ ਬੱਚਿਆਂ ਵਾਸਤੇ ਐਂਡ ਮੇਰੇ ਵਾਸਤੇ ਵੀ ਬਹੁਤ ਪਿਆਰੀ ਗੱਲ ਹੈ ਕਿ ਵੀ ਸ਼ੁੱਡ ਕੀਪ ਇੰਪਰੂਵਿੰਗ ਆਰਸੈਲਵਸ। ਐਂਡ ਵਨ ਮੋਰ ਥਿੰਗ ਭੈਣ ਜੀ, ਤੁਸੀਂ ਆਈ ਥਿੰਕ ਮੇਰੇ ਵਾਸਤੇ ਵੀ ਹੈ that it's been more than 30 years ਕਿ ਆਪਾਂ professionally ਤਾਂ we are at very high places, but ਜੇ ਇੱਕ ਸਵਾਲ ਆਪਣੇ ਆਪ ਨੂੰ ਹੀ ਆਈ ਥਿੰਕ ਜੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਜੇ ਇੱਕ ਸਵਾਲ ਉਹ ਆਪਣੇ ਆਪ ਨੂੰ ਇੱਥੋਂ ਪੁੱਛ ਕੇ ਲੈ ਕੇ ਜਾਣ ਕਿ ਮੈਂ ਗੁਰੂ ਵਾਸਤੇ ਕਿੰਨਾ ਕੁ ਸਮਾਂ ਕੱਢਿਆ, ਗੁਰੂ ਨੂੰ ਜਾਣਨ ਵਾਸਤੇ, ਸਿੱਖ ਹਿਸਟਰੀ ਵਾਸਤੇ, ਕਿਸੇ ਨੂੰ ਦਿਖਾਉਣ ਵਾਸਤੇ ਨਹੀਂ, ਮਤਲਬ ਆਈ ਡੋਂਟ ਵਾਂਟ ਟੂ ਸ਼ੋ ਕਿ ਮੈਂ ਇੰਨਾ ਪਾਠ ਕਰਦਾ, ਕਿਹਨੂੰ ਦਿਖਾਣਾ ਮੈਂ, ਬਟ ਮੇਰੇ ਵਾਸਤੇ ਮੈਂ ਕਿੰਨਾ ਕੁ ਸਮਾਂ ਕਰ ਲਿਆ। ਆਈ ਥਿੰਕ ਇਹ ਬਹੁਤ ਹੀ ਵਧੀਆ ਆਪ ਜੀ ਨੇ ਅਪਰੋਚ ਦੱਸੀ ਹੈ। ਸੋ ਇੱਕ ਚੀਜ਼ ਹੋਰ ਇਹਦੇ ਨਾਲ ਹੀ ਰਿਲੇਟਡ ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦਾ ਕਿ ਕਿਉਂਕਿ ਆਪ ਜੀ ਕੀ ਕਹਿੰਦੇ ਆ, ਯੂ ਆਰ
pharmacist and ਤੁਸੀਂ ਉਹ ਹਾਇਰ ਪੋਜੀਸ਼ਨ ਤੇ ਹੋ ਐਂਡ ਸਾਡੇ ਨਾਲ ਹੋਰ ਵੀ ਜਿਹੜੇ ਬੱਚੇ ਜੁੜੇ ਨੇ ਕੋਈ ਲਾਇਰ ਬਣਨਾ ਚਾਹੁੰਦਾ ਹੈ ਕੋਈ ਇੰਜੀਨੀਅਰ ਕੋਈ ਡਾਕਟਰਸ ਸੋ ਕੀ ਤੁਸੀਂ ਆਪਣੀ ਜਰਨੀ ਪ੍ਰੋਫੈਸ਼ਨਲ ਜਰਨੀ ਦੇ ਅੰਦਰ ਦੱਸਣਾ ਚਾਹੋਗੇ ਕਿ ਇਹ ਜਿਹੜੇ ਗੁਰਸਿੱਖੀ ਲਾਈਫ ਸਟਾਈਲ ਬਾਣਾ ਜਾਂ ਗੁਰਬਾਣੀ ਦੀ ਜਿਹੜੀ ਵੈਲਿਊਜ਼ ਨੇ ਉਹਨਾਂ ਨੇ ਤੁਹਾਨੂੰ ਕਿਵੇਂ ਸਪੋਰਟ ਕੀਤਾ ਜਾਂ ਜਿੰਨੇ ਤੁਸੀਂ ਸਕਸੈਸਫੁਲ ਹੋ ਉਸ ਤੋਂ ਈਵਨ ਮੋਰ ਸਕਸੈਸਫੁਲ ਕਿਵੇਂ ਬਣਾਇਆ ਉਹਨਾਂ ਨੇ ਦੋ ਚੀਜ਼ਾਂ ਇੱਕ ਤਾਂ ਪਹਿਲਾਂ ਡੈਫੀਨਿਟਲੀ ਰੈਪੀਟੀਸ਼ਨ ਕਰਕੇ ਹੁੰਦਾ ਹੈਗਾ ਰਾਈਟ ਜੋ ਅਸੀਂ ਕਿਸੇ ਦਾ ਮਨ ਨਹੀਂ ਲੱਗਦਾ ਕਿਉਂ ਅਸੀਂ ਹਰ ਰੋਜ਼ ਨਹਾਉਂਦੇ ਹੈਗੇ ਆ ਜਿਸ ਤਰ੍ਹਾਂ ਆਪਾਂ ਨਿਤਨੇਮ ਕਰਦੇ ਹੈਗੇ ਕਿਉਂ ਅਸੀਂ ਫਿਰ ਨਹਾਉਂਦੇ ਹੈਗੇ ਆ ਉਹ ਸੱਚੇ ਹੋਣ ਵਾਸਤੇ ਸੁੱਚ ਰਾਈਟ ਸੋ ਉਹ ਵੀ ਜਿਸ ਤਰ੍ਹਾਂ ਮੈਲ ਲੱਗਦੀ ਹੈਗੀ ਧਨ ਨੂੰ ਉਹ ਹਰ ਰੋਜ਼ ਧੋਣਾ ਪੈਂਦਾ ਹੈਗਾ ਇਸ ਤਰ੍ਹਾਂ ਆਪਣੇ ਜ਼ਿੰਦਗੀ ਨੂੰ ਵੀ ਹਰ ਰੋਜ਼ ਨਿਤਨੇਮ ਹਰ ਰੋਜ਼ ਰਿਮਾਈਂਡ ਕਰਨਾ ਪੈਂਦਾ ਹੈਗਾ ਵੀ ਕੀ ਸੱਚ ਹੈਗਾ ਕਿ ਕਿਸ ਮਾਰਗ ਤੇ ਜਾਣਾ ਹੈਗਾ ਸੋ ਡੈਫੀਨਿਟਲੀ ਇਹ ਐਗਜ਼ਾਮਪਲ ਮੈਨੂੰ ਕਿਸੇ ਨੇ ਕੈਂਪ ਵਿੱਚ ਦੱਸਿਆ ਸੀ ਛੋਟੇ ਹੁੰਦੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਵੀ ਕਿਉਂ ਫਿਰ ਨਹਾ ਲਓ ਇੱਕ ਵਾਰੀ ਹੋ ਗਿਆ ਕੰਮ ਰਾਈਟ ਬਟ ਇਹ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਹਰ ਰੋਜ਼ ਵੀ ਮੈਲ ਵੀ ਸਾਨੂੰ ਲੱਗਦਾ ਹੈਗਾ ਝੂਠ ਜਿਹੜੇ ਬੋਲਦੇ ਹੈਗੇ ਆ ਤੇ ਅਸੀਂ ਪਰਫੈਕਟ ਨਹੀਂ ਹੋਏ ਜਿੰਨਾ ਚਿਰ ਪਰਫੈਕਟ ਨਹੀਂ ਹੋਏ ਫਿਰ ਤੁਸੀਂ ਬੰਦ ਕਰ ਲਓ ਜੇ ਹੈਗਾ ਬਟ ਜਿੰਨਾ ਤੇ ਤੁਸੀਂ ਪਰਫੈਕਟ ਨਹੀਂ ਹੈਗੇ ਉਹਨਾਂ ਚਿਰ ਨਹੀਂ ਬਟ as for professional I think ਜਦੋਂ ਮੈਂ ਅੰਮ੍ਰਿਤ ਛਕਿਆ ਸੀਗਾ ਉਦੋਂ ਮੇਰੀ ਮਾਮ ਉਹ ਨਹੀਂ ਪਾਉਂਦੇ ਹੈਗੇ ਦਸਤਾਰ ਸੋ ਸਿਰ ਕਿਸ ਤਰ੍ਹਾਂ ਢਕਣਾ ਇੱਥੇ ਉਹ ਮੈਨੂੰ ਛੋਟੀ ਜਿਹੀ ਚੀਜ਼ ਹੈਗੀ ਬਟ ਮੈਨੂੰ ਲੱਗੀ ਸੀ ਵੀ ਕਿਸ ਤਰ੍ਹਾਂ ਮੈਂ ਸਿਰ ਢੱਕ ਕੇ ਜਾਣਾ ਹੈਗਾ ਕਿਉਂਕਿ ਚੁੰਨੀ ਮੇਰੇ ਸਿਰ ਤੋਂ ਡਿੱਗਦੀ ਫਿਰਦੀ ਰਹਿੰਦੀ ਆ ਸੰਭਾਲਣੀ ਮੈਨੂੰ ਔਖੀ ਲੱਗਦੀ ਸੀਗੀ ਸੋ ਮੈਂ ਫਿਰ ਆਲਸੋ ਦੇਖਣਾ ਚਾਹੁੰਦੀ ਸੀ ਵੀ ਸਾਡੇ ਸਿੱਖੀ is 5th largest religion in the world ਤੇ ਪਰ ਸਾਨੂੰ ਸਿੱਖ ਇੰਨੇ ਦਿਸਦੇ ਨਹੀਂ ਹੈਗੇ ਰਾਈਟ ਜਿਹੜੇ ਪੱਗ ਵਾਲੇ ਹੈਗੇ ਬਹੁਤ ਘੱਟ ਹੈਗੇ ਆ ਤੇ ਉਸ ਕਰਕੇ ਮੈਂ ਇਸ ਰੂਪ ਚਾਹੁੰਦੀ ਸੀ ਵੀ ਜਦੋਂ ਮੈਨੂੰ ਦੇਖੇ ਕੋਈ ਦੂਰੋਂ ਕਿਉਂਕਿ ਇੱਥੇ ਸਿੱਖ ਘੱਟ ਹੈਗੇ ਆ ਦੂਰ ਦਿਸ ਕੇ ਨਾ ਅਸੀਂ ਜਾ ਕੇ ਮਿਲਦੇ ਹੈਗੇ ਆ ਸੋ ਉਸ ਕਰਕੇ ਮੈਂ ਵੀ ਇਸ ਲਈ ਐਂਡ ਉਹਦੀ ਮੈਨੂੰ ਸਾਥ ਦੇਣਾ ਹੈਗਾ ਐਂਡ ਐਕਚੁਅਲੀ ਮੇਰੀ ਸੰਗਤ ਐਂਡ ਗੁਰਦੁਆਰੇ ਜਿਹੜੇ ਸੀਗੇ ਉਹਨਾਂ ਨੇ ਕਿਹਾ ਲੈ ਆ ਕੀ ਤੂੰ ਕਰ ਦਿੱਤਾ ਹੈਗਾ ਤੇਰਾ ਵਿਆਹ ਨਹੀਂ ਹੋਣਾ ਉਹ ਨਹੀਂ ਹੋਣਾ ਆ ਨਹੀਂ ਹੋਣਾ ਸੋ ਉਹਨਾਂ ਨੇ ਮੇਰਾ ਸਾਥ ਨਹੀਂ ਇੰਨਾ ਦਿੱਤਾ ਜਿੰਨਾ ਮੈਂ ਸੋਚਦੀ ਸੀਗੀ ਬਟ ਮੇਰੇ ਜਿਹੜੇ ਗੋਰੇ ਫਰੈਂਡ ਸੀਗੇ ਉਹਨਾਂ ਨੇ ਜਦੋਂ ਮੈਂ ਗਈ ਸੀ ਮੈਨੂੰ ਤਾਂ ਘਬਰਾਉਣ ਵੀ ਮਾਈ ਗਾਡ ਕਿ ਕਿੱਦਾਂ ਲੱਗੂਗਾ ਕੀ ਇਹ ਕਹਿਣਗੇ ਸੋ ਉਹਨਾਂ ਨੇ ਸਾਥ ਦਿੱਤਾ ਕਹਿੰਦੇ ਯੂ ਲੁੱਕ ਲਾਈਕ ਅ ਪ੍ਰਿੰਸੈਸ ਹਨਾ ਤੂੰ ਬਹੁਤ ਸੋਹਣੀ ਲੱਗਦੀ ਹੈਗੀ ਆ ਐਂਡ ਸੋ ਰੀਅਲੀ ਮੈਨੂੰ ਇੰਨਾ ਨਹੀਂ ਲੱਗਿਆ ਤੇ ਜੌਬ ਤੇ ਵੀ ਨਹੀਂ ਆਈ ਥਿੰਕ ਜਿਹੜਾ ਤੁਹਾਡਾ ਕੌਨਫੀਡੈਂਸ ਹੁੰਦਾ ਨਾ ਤੁਹਾਡੇ ਬਾਹਰਲਾ ਸਰੂਪ ਜੋ ਕੁਝ ਹੋ ਸਕਦਾ ਹੈਗਾ ਜਿਸ ਤਰ੍ਹਾਂ ਤੁਸੀਂ ਹੋਰ ਕਿਸੇ ਨੂੰ ਮਹਿਸੂਸ ਕਰਦੇ ਹਾਊ ਯੂ ਮੇਕ them feel ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕੈਰੀ ਕਰਦੇ ਹੈਗੇ ਆ ਨਾ ਉਹ ਸਭ ਤੋਂ ਵੱਡਾ ਹੁੰਦਾ ਹੈਗਾ ਉਸ ਦੇ ਉੱਤੇ ਲੋਕ ਦੇਖਦੇ ਹੁੰਦੇ ਸੋ ਮੈਨੂੰ ਪ੍ਰੋਫੈਸ਼ਨਲੀ ਕੋਈ ਨਹੀਂ ਆਇਆ ਕੋਈ ਕਮੀ ਨਹੀਂ ਆਈ ਔਰ ਚੈਲੰਜਸ ਐਂਡ ਆਈ ਅੰਡਰਸਟੈਂਡ ਵੀ ਕਈ ਲੋਕ ਦੇਖ ਕੇ ਤੁਹਾਡੇ ਚਿਹਰੇ ਤੋਂ ਦੇਖ ਲੈਂਦਾ ਵੀ ਇਹ ਥੋੜਾ ਜਿਹਾ ਪਿੱਛੇ ਨੂੰ ਰਹਿਣਾ ਚਾਹੁੰਦੇ ਹੈਗੇ ਆ ਬਟ ਇਟਸ ਓਕੇ ਤੁਸੀਂ ਆਪਣੇ ਆਪ ਨੂੰ ਜੋ ਕੁਝ ਹੈਗੇ ਹੋ ਜਸਟ ਬੀ ਹੈਪੀ ਬੀ ਜਿੱਦਾਂ ਚੜ੍ਹਦੀ ਕਲਾ ਉਹ ਤੁਸੀਂ ਜੇ ਹੋਵੋਗੇ ਨਾ ਆਪਣੇ ਆਪ ਲੋਕ ਹੌਲੀ ਹੌਲੀ ਕੰਫਰਟੇਬਲ ਹੋਣਗੇ ਤੇ ਐਜ਼ ਫॉर profession I've had director positions all of that ਉਹਨਾਂ ਨੇ ਮੈਨੂੰ ਆਫਰ ਕੀਤੀਆਂ ਹੈਗੀਆਂ ਪਰ ਮੈਂ ਨਾ ਕਰਦੀ ਰਹੀ ਹੈਗੀ and I didn't want to because ਮੇਰੇ ਲਈ ਸੇਵਾ ਕਿਉਂਕਿ ਜਿੰਨੇ ਤੁਸੀਂ ਉੱਚੀ ਪੋਜੀਸ਼ਨ ਤੇ ਹੋਵੋਗੇ ਐਂਡ ਉਹਨਾਂ ਤੁਹਾਨੂੰ ਜ਼ਿਆਦਾ ਕੰਮ ਕਰੂਗਾ ਬਈ ਪਰ ਮੇਰੀ ਹੈਗੀ ਵੀ ਵੀਕਐਂਡਸ ਤੇ ਮੈਂ ਸੇਵਾ ਕਰਨੀ ਚਾਹੁੰਦੀ ਹੈਗੀ ਆ ਸੋ ਇਸ ਕਰਕੇ ਮੈਂ ਪੋਜੀਸ਼ਨਸ ਨੂੰ ਕਾਫੀ ਵਾਰੀ ਨਾ ਕਰ ਚੁੱਕੀ ਹੈਗੀ ਆ ਸੋ ਆਈ ਅੰਡਰਸਟੈਂਡ ਲੋਕ ਚਾਹੁੰਦੇ ਹੈਗੇ ਆ ਬਟ ਫॉर ਮੀ ਮੇਰੇ ਲਈ ਪੈਸੇ ਕਮਾਉਣੇ ਠੀਕ ਹੈਗੇ ਆ ਸੋ ਆਈ ਕੈਨ ਡੂ ਸੇਵਾ ਹਨਾ ਮੈਨੂੰ ਸਿਕਿਉਰਿਟੀ ਮਿਲ ਜਾਂਦੀ ਹੈਗੀ ਫਾਈਨੈਂਸ਼ੀਅਲੀ ਬਟ ਵਾਈਸ ਪ੍ਰੈਜ਼ੀਡੈਂਟ ਬਣਨਾ ਦਿਸ ਇਜ਼ ਨਾਟ ਮਾਈ ਇਹ ਮੇਰੇ ਗੋਲ ਨਹੀਂ ਹੈਗਾ ਮੇਰਾ ਗੋਲ ਹੈਗਾ ਵੀ ਹਾਊ ਡੂ ਆਈ ਹੈਲਪ ਅਦਰਸ ਜਿੰਨਾ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਹੈਗਾ ਉਹਦੇ ਨਾਲ ਕਿੰਨੀ ਕੁ ਮੈਂ ਸੇਵਾ ਕਰ ਸਕਦੀ ਹੈਗੀ ਮੇਰੇ
second time job, I would say job नहीं, क्योंकि ਮੈਨੂੰ satisfaction ਮਿਲਦਾ ਹੈਗਾ, ਮੇਰੀ ਰੂਹ ਨੂੰ ਖੁਰਾਕ ਮਿਲਦੀ ਹੈਗੀ ਜਦੋਂ ਸੇਵਾ ਕਰਦੀ ਹੈਗੀ ਆ। ਸੋ ਉਹ ਮੇਰੇ ਵਾਸਤੇ ਵਰਕ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗੀ ਆ। ਸੋ ਉਹ ਮੈਂ ਲਾਈਫ ਬੈਲੈਂਸ ਦੇਖ ਕੇ ਨਾ ਵੀ ਜੇ ਮੈਂ ਆ ਜੌਬ ਲਈ ਜਾਂ ਪੋਜੀਸ਼ਨ ਲਈ ਮੇਰੇ ਲਈ ਸੇਵਾ ਕਿੰਨੀ ਹੋਗੀ, ਤਾਂ ਉਹ ਮੈਂ ਸਾਰੀ ਸੋਚ ਕੇ ਫਿਰ ਡਿਸੀਜਨ ਬਣਾਉਂਦੀ ਹੈਗੀ ਆ। This is really amazing ਭੈਣ ਜੀ, ਕਿਉਂਕਿ ਜਿਹੜਾ ਇਹ ਬੈਲੈਂਸ ਕਰਨਾ ਹੈਗਾ, ਕਿਉਂਕਿ ਮੇਰਾ ਐਕਚੁਅਲੀ ਨੈਕਸਟ ਸਵਾਲ ਵੀ ਇਹਦੇ ਰਿਲੇਟਡ ਹੀ ਸੀਗਾ, ਆਪ ਜੀ ਦਾ ਉਹਦੇ ਅੰਦਰ ਹੀ ਜਵਾਬ ਆ ਗਿਆ। ਅਸੀਂ ਬੱਚਿਆਂ ਦੇ ਨਾਲ ਵੀ ਸਾਂਝ ਪਾ ਰਹੇ ਹਾਂ ਕਿ ਜਦ ਅਸੀਂ ਉੱਦਮ ਤਾਂ ਕਰਦੇ ਹਾਂ, ਸਪੋਜ਼ ਆਪਾਂ ਐਫਰਟ ਕਰਨੀ ਸ਼ੁਰੂ ਕੀਤੀ, ਜ਼ਿਆਦਾਤਰ ਕੀ ਹੁੰਦਾ ਕਿ ਅਸੀਂ ਡਿਸਟਰੈਕਸ਼ਨਸ ਵੱਲ ਚਲੇ ਜਾਂਦੇ ਹਾਂ। ਕੁਝ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਆਪਣੇ ਵੱਲ ਅਟਰੈਕਟ ਕਰਨ ਦੀਆਂ ਕੋਸ਼ਿਸ਼ ਕਰਦੀਆਂ ਨੇ, ਜਿਹੜੀ ਸਾਨੂੰ ਆਪਣੇ ਉਦੇਸ਼ ਤੋਂ, ਸਾਡੇ ਮੇਨ ਗੋਲ ਤੋਂ ਭਟਕਾ ਦਿੰਦੀਆਂ ਨੇ। ਉਹ ਜ਼ਰੂਰੀ ਨਹੀਂ ਕਿ ਉਹ ਫੈਂਸੀ ਚੀਜ਼ਾਂ ਹੋਣ, ਉਹ ਕਦੀ ਕਦੀ ਇੱਕ ਨਾਰਮਲ ਬੇਸਿਕ ਨੀਡਸ ਵਾਲੀਆਂ ਵੀ ਚੀਜ਼ਾਂ ਹੋ ਸਕਦੀਆਂ ਨੇ, ਬਟ ਜਦ ਮੇਰੇ ਕੋਲ ਹੈਗੀਆਂ ਨੇ ਦੈਨ ਵਾਈ ਡੂ ਆਈ ਨੀਡ ਮੋਰ ਆਫ ਇਟ। ਸੋ hats off to you ਭੈਣ ਜੀ, ਕਿ ਜਿੱਥੇ ਸਾਰੀ ਦੁਨੀਆ is running for positions, ਕਿ ਮੈਨੂੰ VP ਕੋਈ ਕਲਾਵੇ, ਮੈਨੂੰ ਕੋਈ ਕਵੇ ਕਿ ਮੈਂ ਪ੍ਰੈਜ਼ੀਡੈਂਟ ਹਾਂ ਫਲਾਣੀ ਕੰਪਨੀ ਦਾ, ਆਪ ਜੀ ਨੇ ਚੂਜ਼ ਕੀਤਾ ਕਿ ਸੇਵਾ ਕਿਸੇ ਦੀ ਮੈਂ ਹੈਲਪ ਕਰ ਸਕਾਂ, ਐਂਡ ਕਿਹੜੀ ਚੀਜ਼ ਮੈਨੂੰ ਸੈਟਿਸਫੈਕਸ਼ਨ ਦਿੰਦੀ। ਐਂਡ ਮੈਨੂੰ ਲੱਗਦਾ ਵੀ ਆਪਾਂ ਜਿੰਨੀ ਮਰਜ਼ੀ ਮਾਇਆ ਕਮਾ ਲਈਏ, ਉਹ ਇਟਸ ਦਿਲ ਜਿੰਨੀ ਵੀ ਉਹ ਸੈਟਿਸਫੈਕਸ਼ਨ ਨਹੀਂ ਦੇ ਸਕਦੀ ਐਜ਼ ਕੰਪੇਅਰ ਟੂ ਜੋ ਸਾਨੂੰ ਗੁਰੂ ਦੇ ਨਾਲ ਜੁੜ ਕੇ ਸਾਨੂੰ ਉਹ ਚੀਜ਼ਾਂ ਮਿਲਦੀਆਂ ਨੇ। ਸੋ ਉਹ ਬਹੁਤ ਹੀ ਪਿਆਰੀ ਗੱਲ ਆਪ ਜੀ ਨੇ ਦੱਸੀ। ਇਹਦੇ ਅੰਦਰ ਇੱਕ ਚੀਜ਼ ਮੈਨੂੰ ਹੋਰ ਵੀ ਉਹ ਨਜ਼ਰ ਆਈ ਕਿ ਜਿੱਥੇ ਆਪਾਂ ਐਕਸਪੈਕਟ ਕੀਤਾ ਸੀਗਾ ਕਿ ਸਾਨੂੰ ਸਪੋਰਟ ਮਿਲਣੀ ਹੈ, ਸਪੋਜ਼ ਸਾਡੇ ਜਿਹੜਾ ਗਰੁੱਪ ਤੁਸੀਂ ਜਾਂਦੇ ਸੀਗੇ, ਉੱਥੋਂ ਸਾਨੂੰ ਨਹੀਂ ਮਿਲੀ ਸਪੋਰਟ, ਬਟ ਫਰੋਮ ਦ ਲੀਸਟ ਪੀਪਲ, ਜਿੱਥੋਂ ਆਪਾਂ ਆਪ ਹੀ ਡਰਦੇ ਸੀਗੇ ਕਿ ਇਹ ਪਤਾ ਨਹੀਂ ਜਿਹੜੇ ਅੰਗਰੇਜ਼ ਨੇ ਉਹ ਮੈਨੂੰ ਕਿਵੇਂ ਲੈਣਗੇ, ਯੂ ਗਾਟ ਸਪੋਰਟ ਫਰੋਮ ਦ ਪਲੇਸ ਵੇਅਰ ਇਟ ਵਾਸ ਲੀਸਟ ਐਕਸਪੈਕਟਡ। ਸੋ ਮੈਨੂੰ ਏਦਾਂ ਲੱਗਦਾ ਵੀ ਕਦੀ ਅਸੀਂ ਆਪਣੇ ਜਿਹੜੇ ਸੰਗਤ ਜਾਂ ਜਿਹੜੀ এনवायरमेंट ਵਿੱਚ ਰਹਿੰਦੇ ਆ, ਉਹੀ ਸਾਨੂੰ ਉੱਦਮ ਤੋਂ ਸ਼ਾਇਦ ਰੋਕ ਦਿੰਦੀ ਹੈ। ਸੋ ਮੈਨੂੰ ਲੱਗਦਾ ਵੀ ਜੇ ਆਪਾਂ ਉਹ ਸੰਗਤ ਦੇ ਵਿੱਚ ਰਹੀਏ, ਵਾਹਿਗੁਰੂ ਜੀ ਨੂੰ ਅਰਦਾਸ ਕਰੀਏ, ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਹੁਣ ਉਹਦੇ ਅੰਦਰ ਇਹ ਤਾਂ ਕਿਹਾ ਨਹੀਂ ਕਿ ਮੈਨੂੰ ਮੇਰੀ ਫੈਮਿਲੀ ਵਾਲੇ ਮੈਂਬਰਸ ਮਿਲਣ ਜਾਂ ਮੈਨੂੰ ਉਹ ਬੈਸਟ ਫਰੈਂਡਸ ਮਿਲਣ, ਮੈਨੂੰ ਜਿਹੜੇ ਮੇਰੇ ਨਾਲ ਘੁੰਮਣ ਮਾਲਸ ਤੇ ਜਾਣ, ਉਹ ਵੀ ਚੰਗੀ ਗੱਲ ਹੈ, ਉੱਥੇ ਵੀ ਜਾਣਾ ਚਾਹੀਦਾ, ਬਟ ਜਿਹੜੀ ਅਰਦਾਸ ਹੈ ਉਹ ਸਾਡੇ ਫੋਕਸ ਤੋਂ ਨਾ ਹਟੇ। ਸੋ ਇਹਦੇ ਅੰਦਰ ਹੀ ਭੈਣ ਜੀ ਮੈਂ ਇੱਕ ਚੀਜ਼ ਹੋਰ ਆਪ ਜੀ ਕੋਲੋਂ ਪੁੱਛਣਾ ਚਾਹੁੰਦਾ ਕਿ ਗੁਰਬਾਣੀ ਟੀਚਿੰਗਸ ਨੂੰ ਸਪਰੈਡ ਕਰਨ ਵਾਸਤੇ, ਜਿਵੇਂ ਸਪੋਜ਼ ਆਪ ਜੀ ਕੈਂਪਸ ਤੇ ਵੀ ਜਾਂਦੇ ਹੋ, ਉੱਥੇ ਵੀ ਸਾਂਝ ਪਾਉਂਦੇ ਹੋ, ਅਦਰ ਦੈਨ ਦੈਟ ਹੋਰ ਕੀ ਉਦਮ ਤੁਸੀਂ ਆਪਣੇ ਪਰਸਨਲ ਲਾਈਫ ਵਿੱਚ ਯੂ would be comfortable to share? ਕੀਰਤਨ ਤੁਸੀਂ ਦੱਸਿਆ, ਕੁਝ ਹੋਰ ਆਪ ਜੀ ਹੋਰ ਐਫਰਟਸ ਕਰਦੇ ਹੋ ਇਹਦੇ ਪ੍ਰਤੀ to learn more about ਗੁਰਬਾਣੀ? Definitely, I think Gurbani is endless, है ना। ਅਸੀਂ ਨਿਤਨੇਮ ਤੇ ਸਟਕ ਹੈਗੇ ਹਾਂ, but ਉਸ ਤੋਂ ਇਲਾਵਾ ਤੁਸੀਂ ਗੁਰਬਾਣੀ ਸਿੱਖਣੀ and actually sit down with it, ਤੇ sit down and have a conversation with ਗੁਰਬਾਣੀ, ਤੇ ਸਿਮਰਨ ਕਰਨਾ, because ਸਿਮਰਨ grounds you। ਜਦੋਂ ਸੇਵਾ ਕਰਨੀ ਹੁੰਦੀ ਆ ਜਾਂ ਹੋਰ ਕੁਝ ਕਰਨਾ ਹੈਗਾ, ਤੁਹਾਡੇ ਕਾਫੀ ਵਾਹ ਕਰਦੇ ਰਹਿੰਦੇ ਹੈਗੇ ਆ, but how do you be humble, ਹਨਾ। ਜਿਹੜੀ ਸੇਵਾ ਹੁੰਦੀ ਤੁਹਾਨੂੰ ਹਿਊਮਿਲਿਟੀ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ, ਬਟ ਲੋਕ ਵਾਹ ਕਰਕੇ ਤੁਸੀਂ ਕਈ ਵਾਰੀ ਵਾਹ ਵਿੱਚ you enjoy it, but I want to be humble। so ਜਿਹੜਾ ਸਿਮਰਨ ਕਰਨਾ ਹੈਗਾ, that's very hard। ਹੁਣ ਦੇਖ ਲਓ, ਅਸੀਂ ਕਰੋਨਾ ਵਾਇਰਸ ਘਰ ਬੈਠੇ ਆ ਸਾਰੇ, ਅਸੀਂ ਕਿੰਨਾ ਪਾਠ ਜ਼ਿਆਦਾ ਕਰ ਰਹੇ ਸੀ, ਕਹਿੰਦੇ ਜੇ ਸਾਨੂੰ ਟਾਈਮ ਮਿਲਦਾ ਹੈਗਾ, ਜੇ ਹੋਰ ਟਾਈਮ ਹੋਵੇ ਮੈਂ ਆ ਕਰੂੰਗੀ, ਉਹ ਕਰਾਂਗਾ, ਬਟ ਟਾਈਮ ਤਾਂ ਹੁਣ ਗੁਰੂ ਸਾਹਿਬ ਨੇ ਦਿੱਤਾ ਹੈ। ਕਿੰਨਾ ਅਸੀਂ ਜ਼ਿਆਦਾ ਸਿਮਰਨ ਕਰਦੇ ਹੈਗੇ, ਕਿੰਨਾ ਅਸੀਂ ਜ਼ਿਆਦਾ ਪਾਠ ਸਿੱਖ ਰਹੇ ਹੈਗੇ ਆ, ਉਹ ਉਦਮ ਕਰਕੇ ਹੁੰਦਾ ਹੈ ਨਾ। so now what I'm trying to do is just balance myself। ਉਹ ਜਿਹੜਾ ਅੰਦਰਲਾ go inside and ਜਿਹੜੀ ਸ਼ਾਂਤੀ ਹੈਗੀ ਆ, ਤੇ ਦਾ ਔਖਾ ਹੈਗਾ ਨਾ ਬੈਠਣਾ, ਆਪਣੇ ਆਪ ਨਾਲ ਬੈਠਣ ਲਈ, ਚੁੱਪ ਕਰਕੇ ਬੈਠਣ ਲਈ, ਫੋਕਸ ਕਰਨਾ ਵਾਹਿਗੁਰੂ ਤੇ for me that's important and that's what I'm doing right now is simran। ਬਹੁਤ ਹੀ ਵਧੀਆ ਭੈਣ ਜੀ। ਇਟਸ ਤੁਸੀਂ ਕਿਹਾ ਵੀ ਕੋਸ਼ਿਸ਼ ਕਰਦੇ ਰਹੀਏ, ਡਿਸਟਰੈਕਸ਼ਨਸ ਹੋਣਗੀਆਂ, ਤੇ ਮੈਂ ਕਿਸੇ ਨਾਲ ਸਾਂਝ ਪਾ ਰਿਹਾ ਸੀਗਾ, ਉਹ ਕਹਿੰਦੇ ਮੇਰਾ ਨਾ ਮਨ ਸ਼ਾਂਤ ਨਹੀਂ ਹੁੰਦਾ,
ਉਹ ਥਾਟਸ ਉਹ ਲੈ ਕੇ ਆਉਂਦਾ ਰਹਿੰਦਾ। ਮੈਂ ਕਿਹਾ ਵੀ ਮਨ ਦਾ ਤਾਂ ਕੰਮ ਹੈ ਥਾਟਸ ਲੈ ਕੇ ਆਉਣਾ, ਯੂ ਕੈਨੋਟ ਆਸਕ ਇਟ ਟੂ ਸ਼ਟ ਇਟ ਡਾਊਨ। ਉਹ ਸਿਰਫ ਉਹਨੂੰ ਰੀਚੈਨਲਾਈਜ਼ ਕਰ ਦਿੰਦਾ ਥਾਟਸ ਨੂੰ। ਸਿਰਫ ਇਹੀ ਸਾਡਾ ਕੰਮ ਹੈ ਕਿ ਉਸਦੀ ਐਨਰਜੀ ਨੂੰ ਕਿੱਥੇ, ਜਿਵੇਂ ਆਪਾਂ ਜੇ ਗ੍ਰਸਤੀ ਜੀਵਨ ਦੀ ਗੱਲ ਕਰੀਏ, ਆਪਾਂ ਅਣਖ ਦੀ ਗੱਲ ਕਰਦੇ ਹਾਂ, ਉਹਦੇ ਅੰਦਰ ਕਰੇਜ ਦੀ, ਸੂਰਬੀਰਤਾ ਦੀ ਗੱਲ ਕਰਦੇ ਹਾਂ। ਹੁਣ ਉਹਦੇ ਅੰਦਰ ਜਿਹੜਾ ਸਾਡਾ ਜੇ ਗੁੱਸੇ ਵਾਲੀ ਜਿਹੜੀ ਆਪਾਂ ਚੀਜ਼ ਕਹਿੰਦੇ ਹਾਂ, ਅੱਜ ਕੱਲ੍ਹ ਤਾਂ ਅਸੀਂ ਹਰ ਇੱਕ ਗੱਲ ਤੇ ਤਲਵਾਰ ਚੱਕ ਲੈਂਦੇ ਹਾਂ, ਬਟ ਪਰਉਪਕਾਰ ਵਾਸਤੇ ਜਿਹੜੀ ਤਲਵਾਰ ਚੱਕੀ ਗਈ ਹੈ ਐਂਡ ਉਹਦੇ ਪਿੱਛੇ ਕਿੰਨਾ ਗੁਰਬਾਣੀ ਦੀ ਕਰੈਕਟਰ ਵੈਲਿਊ ਬਿਲਡਿੰਗ ਸੀਗੀ, ਆਈ ਥਿੰਕ ਉਹ ਅਸੀਂ ਕਿਤੇ ਨਾ ਕਿਤੇ ਮਿਸ ਕਰ ਜਾਂਦੇ ਹਾਂ। ਸੋ ਭੈਣ ਜੀ ਇੱਕ ਚੀਜ਼ ਮੈਂ ਆਪ ਜੀ ਤੋਂ ਜ਼ਰੂਰ, ਕਿਉਂਕਿ ਇੱਕ ਕੁਐਸਚਨ ਤੋਂ ਬਾਅਦ ਆਈ ਵੁੱਡ ਓਪਨ ਦ ਪਲੇਟਫਾਰਮ ਫॉर ਬੱਚਿਆਂ ਵਾਸਤੇ, ਸਾਰਿਆਂ ਵਾਸਤੇ, ਕਿ ਉਹ ਆਪਣੇ ਸਵਾਲ ਪੁੱਛ ਲੈਣ। ਸੋ ਮੈਂ ਇੱਕ ਚੀਜ਼ ਜ਼ਰੂਰ, ਓਕੇ ਇਸ ਤੋਂ ਪਹਿਲਾਂ ਓਕੇ I have this one as well. So you have conquered your fears and you work with your weaknesses. ਮੈਨੂੰ ਐਕਚੁਅਲੀ ਸਭ ਤੋਂ ਜ਼ਿਆਦਾ ਡਰ ਲੱਗਿਆ ਸੀਗਾ ਜਦ ਤੁਸੀਂ ਉਹ ਮਗਰਮੱਛ ਨੂੰ ਹੱਥ ਲਾਇਆ ਸੀਗਾ। So I was like and you feel so relaxed. I don't know, ਸ਼ਾਇਦ ਤੁਸੀਂ ਟੈਨਸ਼ਨ ਆਪਣੀ ਰੋਕ ਲਈ ਅੰਦਰ, but how is your experience in recreational side? ਕਿਉਂਕਿ ਉਹਦੇ ਵਾਸਤੇ ਵੀ ਸਾਨੂੰ ਕਰੇਜ ਚਾਹੀਦੀ ਹੁੰਦੀ ਹੈ। So you like going for biking ਜਾਂ hiking, ਏਦਾਂ ਦੀਆਂ ਚੀਜ਼ਾਂ? I love outdoors. They bike, hike, everything, running. ਜੋ ਮੈਨੂੰ ਚੀਜ਼ ਨਹੀਂ ਚੰਗੀ ਲੱਗਦੀ ਨਾ, ਮੈਂ ਉਹ ਵੀ try ਕਰਨਾ ਚਾਹੁੰਦੀ ਹੈਗੀ, ਕਿਉਂਕਿ ਸਾਡੇ fears ਨਾ ਸਾਨੂੰ ਰੋਕਦੇ ਹੈਗੇ ਆ। So ਉਹ experience ਜਿਹੜੇ ਤੁਸੀਂ experience ਨਹੀਂ ਕੀਤੇ, ਉਹ ਤੁਹਾਨੂੰ ਰੋਕਦੇ ਹੈਗੇ ਆ, ਪਰ ਐਕਸਪੀਰੀਅੰਸ ਕਰਕੇ ਤੁਹਾਨੂੰ ਫਰੀडम ਮਿਲਦੀ ਹੈਗੀ ਆ ਇੱਕ ਤਰਫ। ਤੇ I'm afraid of heights, so ਇਸ ਕਰਕੇ ਮੈਂ ਸਕਾਈ ਡਾਈਵਿੰਗ ਗਈ ਸੀਗੀ। So I can overcome. ਤੇ ਮਗਰਮੱਛ ਜਿਹੜਾ ਸੀਗਾ, ਮੈਂ ਕਦੀ ਨਹੀਂ ਹੱਥ ਲਾਉਣਾ ਚਾਹੁੰਦੀ ਸੀ, ਪਰ ਉਹਨਾਂ ਨੇ ਮੌਕਾ ਸੀਗਾ, so I'm like okay, ਕਿਉਂ ਨਾ ਟਰਾਈ ਕਰਾਂ ਨਾ, ਕਦੋਂ ਮੌਕਾ ਮਿਲੂਗਾ। ਤੇ ਡਰ ਤਾਂ ਸੀਗਾ, ਪਰ ਉਹਨੇ ਚੰਗੀ ਤਰ੍ਹਾਂ ਪਹਿਲਾਂ ਖਿਲਾ ਦਿੱਤਾ ਸੀਗਾ। ਨਹੀਂ ਐਂਡ ਆਈ ਥਿੰਕ ਮੈਨੂੰ ਵੀ ਲੱਗਦਾ ਕਿ ਜਿਹੜਾ ਫੀਅਰ ਆਫ ਅਨਨੋਨ ਹੈ ਨਾ, ਉਹ ਬਹੁਤ ਜ਼ਿਆਦਾ ਸਾਨੂੰ ਅੰਦਰ ਹੀ ਅੰਦਰ ਖਾ ਜਾਂਦਾ ਹੈ। ਉੱਦਮ ਦਾ ਮਤਲਬ ਹੀ ਹੈ ਕਿ ਲੈਟਸ ਟਰਾਈ ਇਟ ਆਊਟ। ਹੁਣ ਇਹ ਨਹੀਂ ਕਿ ਆਪਾਂ ਗਲਤ ਕੰਮਾਂ ਵਾਸਤੇ ਉੱਦਮ ਕਰੀਏ, ਚੰਗੇ ਕੰਮਾਂ ਵਾਸਤੇ ਜਿਹੜਾ ਬੇਅੰਤ ਕੰਮ ਨੇ, ਬੇਅੰਤ ਕਾਰਜ ਨੇ, ਜਿਹੜੇ ਲੋੜ ਨੇ, ਜਿੱਥੇ ਐਫਰਟ ਦੀ ਲੋੜ ਹੈ, ਉਹ ਸਾਨੂੰ ਕਰਨੇ ਚਾਹੀਦੇ ਨੇ। ਐਂਡ ਆਫ ਕੋਰਸ ਰੀਕ੍ਰੀਏਸ਼ਨਲ ਐਂਡ ਆਪਣੀ ਹੈਲਥ ਨੂੰ ਧਿਆਨ ਰੱਖਣਾ, ਉਹ ਵੀ ਇੱਕ ਸਿੱਖ ਦੇ ਲਾਈਫ ਸਟਾਈਲ ਦੇ ਅੰਦਰ ਹੀ ਆਉਂਦਾ ਹੈ। ਸੋ ਭੈਣ ਜੀ, ਟੂ ਕਲੋਜ਼ ਦਿਸ ਅਪ, I would ask you with this one, that if you have any key messages or lessons for the students, how to stay focused on their goals, ਜਾਂ ਉੱਦਮ ਬਾਰੇ your thoughts on them before we open questions from them. ਹਾਂਜੀ ਬਿਲਕੁਲ। I would say ਬੱਚਿਓ ਵੀ ਤੁਸੀਂ ਆਪਣੀ ਪ੍ਰਾਇੋਰਟੀਜ਼ ਨੂੰ ਪਹਿਲਾਂ ਤਾਂ ਪ੍ਰਾਇੋਰਟਾਈਜ਼ ਕਰੋ ਕਿ ਤੁਹਾਡੇ ਜ਼ਿੰਦਗੀ ਵਿੱਚ ਇੰਪੋਰਟੈਂਟ ਹੈਗਾ। ਤੇ ਜੇ ਉਹ ਤੇ ਫੋਕਸ ਰੱਖੋਗੇ ਵੀ, for me for example, my priorities is Guru Sahib, family and seva, and then work. So ਜਦੋਂ ਫਿਰ challenges or questions ਆਉਂਦੇ ਹੈਗੇ ਆ, then you know ਵੀ ਜੇ ਤੁਹਾਨੂੰ prioritize ਕਰਨਾ ਆਉਂਦਾ ਹੈਗਾ ਵੀ ਇਹ ਮੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਹੈਗੀ ਆ, ਆਪਣੇ ਆਪ decisions ਫਿਰ ਸੌਖੇ ਬਣ ਜਾਂਦੇ ਹੈਗੇ ਆ। ਤੇ be comfortable in who you are, because ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਤੁਹਾਨੂੰ ਦੂਰ ਲੈਣ ਜਾਂਦੀਆਂ, ਜਿਹੜੇ distractions ਹੈਗੇ ਆ, it's because ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ ਹੈਗੇ। So ਜਿਸ ਤਰ੍ਹਾਂ ਗੁਰੂ ਸਾਹਿਬ ਨੇ ਤੁਹਾਨੂੰ ਬਣਾਇਆ ਹੈਗਾ, accept it and be grateful for it, ਹਨਾ। ਤੁਸੀਂ ਆਪਣੇ ਆਪ ਨੂੰ ਨੁਕਸਾਂ ਕੱਢਦੇ ਰਹਿੰਦੇ ਆ ਵੀ ਆ ਨੱਕ ਵੱਡਾ, ਆ ਏਦਾਂ ਰੰਗ, ਏਦਾਂ ਇਸ ਤਰ੍ਹਾਂ ਹੈਗਾ, ਬਟ ਉਹ ਸਾਰੀ ਚੀਜ਼ਾਂ ਬਹੁਤ ਛੋਟੀਆਂ ਮਾਮੂਲੀ ਹੁੰਦੀਆਂ ਹੈਗੀਆਂ। ਜਦੋਂ ਤੁਸੀਂ ਉਹ ਓਵਰਕਮ ਕਰ ਦੋ, then you see ਵੀ ਕਿੰਨਾ ਕੁਛ ਤੁਹਾਡੇ ਲਈ ਕਰਨ ਵਾਸਤੇ ਹੈਗਾ, ਤੇ you can be so much successful. And so know your priorities and be comfortable with who you are. Guru Sahib ne kis tarah ਤੁਹਾਨੂੰ ਬਣਾਇਆ ਹੈਗਾ, be happy, ਹੱਥ ਪੈਰ ਦਿੱਤੇ ਹੈਗੇ ਆ, ਇਹ ਸਾਰਾ ਕੁਝ ਦਿੱਤਾ ਹੈਗਾ। So just be thankful, be grateful and be comfortable. Amazing ਭੈਣ ਜੀ, ਥੈਂਕ ਯੂ ਸੋ ਮਚ। ਆਪ ਜੀ ਨੇ ਬੜੇ ਹੀ ਆਈ ਥਿੰਕ ਸਰਲ ਤਰੀਕੇ ਵਿੱਚ ਬੱਚਿਆਂ ਨੂੰ ਸਮਝਾਤਾ ਹੈ ਕਿ ਡਿਸਿਪਲਿਨ ਕਿੰਨਾ ਇੰਪੋਰਟੈਂਟ ਹੈ ਲਾਈਫ ਦੇ ਅੰਦਰ, ਐਂਡ ਪ੍ਰਾਇਰਟਾਈਜ਼ ਕਰਨਾ ਆਪਣੇ ਆਪ ਨੂੰ। ਸਮਾਂ ਆਈ ਥਿੰਕ 24 ਘੰਟੇ ਵੀ ਬਹੁਤ ਜ਼ਿਆਦਾ ਹੁੰਦਾ ਹੈ,
ਜਿੱਥੇ ਪਾਸ਼ਾ ਜੀ ਕਹਿੰਦੇ ਨੇ ਵੀ ਇੱਕ ਖਿੰਡ ਇੱਕ ਤਿਲ ਜਿੰਨਾ ਵੀ ਮਤਲਬ ਵੀ ਡੂ ਦੀ ਐਫਰਟ ਆਈ ਮੀਨ ਲਾਈਕ ਉਹਦਾ ਪ੍ਰੋਪੋਰਸ਼ਨ ਬਹੁਤ ਜ਼ਿਆਦਾ ਹੈ ਸੋ 24 ਘੰਟੇ ਦਾ ਇਟਸ ਸੋ ਮੈਨੀ ਸੈਕਿੰਡਸ ਦੈਟ ਵੀ ਗੈਟ ਐਂਡ ਬਹੁਤ ਹੀ ਪਿਆਰੇ ਤਰੀਕੇ ਨਾਲ ਆਪ ਜੀ ਨੇ ਸਮਝਾਇਆ ਸੋ ਆਈ ਓਪਨ ਦ ਪਲੇਟਫਾਰਮ ਜੇ ਕਿਸੇ ਦੇ ਕੋਈ ਕੁਐਸਚਨਸ ਹੋਣ ਸਵਾਲ ਹੋਣ ਉਹ ਪਲੀਜ਼ ਚੈਟ ਤੇ ਪਾ ਦੇਣ ਸੋ ਦੈਟ ਆਪਾਂ ਕੁਐਸਚਨਸ ਉਹਨਾਂ ਦੇ ਲੈ ਸਕੀਏ ਸੋ ਨਾਲ ਦੀ ਨਾਲ ਭੈਣ ਜੀ ਡੂ ਯੂ ਹੈਵ ਐਨੀ ਪਲਾਨਸ ਟੂ ਵਿਜ਼ਿਟ ਚੰਡੀਗੜ੍ਹ ਇੰਡੀਆ ਸਪੈਸ਼ਲੀ ਚੰਡੀਗੜ੍ਹ ਬਿਕਾਜ਼ ਮੈਨੂੰ ਨਹੀਂ ਪਤਾ ਸੀ ਆਪ ਜੀ ਹੈਵ ਬੀਨ ਦੇਅਰ ਇਨ ਚੰਡੀਗੜ੍ਹ ਫॉर ਅ ਈਅਰ so I'm from Chandigarh so any plans after the coronavirus of course Oh yeah, ਹੁਣ ਕਾਫੀ ਚਿਰ ਹੋ ਗਿਆ ਮੈਂ ਇੰਡੀਆ ਵਿਜ਼ਿਟ ਨਹੀਂ ਕੀਤਾ ਕਿਉਂਕਿ I go all over the world ਹਨਾ ਮੈਂ my dream is to visit all 7 continents so 6 continents ਮੈਂ visit ਕਰ ਲਏ ਹੈਗੇ ਆ so I have Antarctica left but definitely ਵਾਪਸ ਆਉਣਾ it's really important ਜਿੱਥੇ ਮੇਰੀ birthplace ਹੈਗੀ ਆ ਮੈਂ ਵੈਸੇ ਪਲੀ ਇੱਥੇ ਹੈਗੀ ਆ but you know, I was only 5-6 years old when I moved to America. But definitely my heart is in Punjab and visiting, and so I will. And Corona, I would love to come and visit one or 2 years. Okay, so ਇੱਕ ਸਾਡੇ ਬੱਚੇ ਨੇ ਉਹਨਾਂ ਦਾ ਇੱਕ ਕੁਐਸਚਨ ਆਇਆ ਆਪ ਜੀ ਵਾਸਤੇ ਕਿ how Gurbani helps you dealing with challenges on daily basis. Very good question. ਤੁਹਾਨੂੰ ਗੁਰਬਾਣੀ ਸੇਧ ਦਿੰਦੀ ਹੈਗੀ ਆ not just ਗੁਰਬਾਣੀ for me but also Sikh history ਹਨਾ ਤੁਹਾਨੂੰ ਗੁਰਬਾਣੀ ਤੁਸੀਂ ਪੜ੍ਹ ਕੇ ਤੁਸੀਂ ਦੇਖ ਸਕਦੇ ਹੈਗੇ ਆ ਕੀ ਐਡਵਾਈਸ ਹੈਗੇ ਗੁਰੂ ਸਾਹਿਬ ਦਿੰਦੇ but ਜਦੋਂ ਤੁਸੀਂ Sikh history ਜਦੋਂ examples ਗੁਰਬਾਣੀ ਨਾਲ ਕੀ ਹੋਇਆ ਸੀਗਾ ਵੀ ਕਿਸ ਤਰ੍ਹਾਂ ਉਹਨਾਂ ਨੇ ਸਟੈਪ ਚੁੱਕੇ ਹੈਗੇ ਆ what decisions they made those two together ਉਹ ਦੋਨੇ ਪਾ ਕੇ ਨਾ ਸਿੱਖ ਕੇ ਤੁਹਾਨੂੰ ਰਸਤਾ ਲੱਭ ਜਾਂਦਾ ਹੈਗਾ ਵੀ even ਕੰਮ ਤੇ you have politics and ਉਹਦੇ ਵਿੱਚ ਤੁਹਾਡੇ ਕੰਪਨੀਜ਼ ਵਿੱਚ ਤਾਂ ਕਾਫੀ ਕੁਝ you know ਚੰਗੀਆਂ ਚੀਜ਼ਾਂ ਹੁੰਦੀਆਂ policies ਹੁੰਦੀਆਂ ਪਰ ਕਈ ਵਾਰੀ ਲੋਕ ਠੀਕ ਨਹੀਂ ਹੁੰਦੇ so maybe your boss ਜਾਂ ਤੁਹਾਡੇ ਖਾਲੀ ਕੁਝ ਗਲਤ ਤੁਹਾਨੂੰ ਕਹਿੰਦਾ ਵੀ ਕਰਨਾ ਹੈਗਾ ਤੁਹਾਨੂੰ ਕਿਸ ਤਰ੍ਹਾਂ ਉਹ ਡੀਲ ਕਰਨਾ ਹੈਗਾ ਉਹ ਗੁਰਬਾਣੀ ਦੱਸਦੀ ਹੈਗੀ ਸਿੱਖ ਹਿਸਟਰੀ ਅਰਦਾਸ ਦੱਸਦੀ ਹੈਗੀ ਉਹ ਸਾਰੀਆਂ ਚੀਜ਼ਾਂ ਉਹ ਸਾਰਾ ਸੋਚ ਕੇ ਨਾ ਮੈਂ ਜਦੋਂ ਸਟੈਪ ਲਾਣਾ ਵੀ ਅਨਕੰਫਰਟੇਬਲ ਤੁਹਾਡਾ ਮਨ ਕੁਛ ਕਹਿੰਦਾ ਵੀ ਠੀਕ ਨਹੀਂ ਹੈਗਾ ਫਿਰ ਮੈਂ ਉਹ ਗੁਰਬਾਣੀ ਸੋਚ ਕੇ ਜਾਂ ਕੁਛ ਤੁਕਾਂ ਆਪਣੇ ਆਪ ਹੀ ਆ ਜਾਂਦੀਆਂ ਹੈਗੀਆਂ ਜਾਂ ਹੁਕਮ ਲੈ ਕੇ ਉਹ ਸਵਾਲ ਆਪਣੇ ਆਪ ਹੀ ਆ ਜਾਂਦੇ ਹੈ ਜਵਾਬ ਜਿਹੜੇ ਤੁਸੀਂ ਚਾਹੁੰਦੇ ਹੈਗੇ ਸਵਾਲਾਂ ਤੇ ਆਪਣੇ ਆਪ ਹੀ ਸੋ ਗੁਰਬਾਣੀ plays a very important role ਜੇ ਤੁਸੀਂ ਓਪਨ ਅਪ ਆਪਣੇ ਆਪ ਨੂੰ ਕਰੋ ਵੀ ਗੁਰਬਾਣੀ ਨਾਲ ਮੈਂ ਰਿਸ਼ਤਾ ਬਣਾਉਣਾ ਹੈਗਾ then you'll see ਕਿਸ ਤਰ੍ਹਾਂ ਓਪਨਿੰਗਸ ਹੋਣਗੀਆਂ ਤੁਹਾਡੇ ਵਾਸਤੇ ਜਿਹੜੇ challenges ਹੈਗੇ ਆ ਹਾਂਜੀ ਭੈਣ ਜੀ ਐਂਡ ਇਹਦੇ ਅੰਦਰ ਅਰਦਾਸ ਜਿਹੜਾ ਸਾਡਾ ਵੈਸੇ ਹੀ ਇੱਕ ਸਾਨੂੰ ਦਾਤ ਬਖਸ਼ੀ ਹੈ ਗੁਰੂ ਪਾਤਸ਼ਾਹ ਜੀ ਨੇ ਐਂਡ ਹੁਕਮਨਾਮਾ ਲੈਣਾ ਆਈ ਵੁੱਡ ਸੁਜੈਸਟ ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਕਿ ਜੇ ਉਹ ਨਹੀਂ ਲੈਂਦੇ ਤਾਂ ਪਲੀਜ਼ ਚਰਨੀ ਲੱਗਣ ਤੇ ਗੁਰੂ ਦੇ ਰੂਬਰੂ ਹੋਣ ਕਿਉਂਕਿ ਮੈਨੂੰ ਇੱਦਾਂ ਲੱਗਦਾ ਵੀ ਕੋਈ ਇੱਦਾਂ ਦੀ ਸਿਚੁਏਸ਼ਨ ਲਾਈਫ ਦੇ ਅੰਦਰ ਜੇ ਕੋਈ ਆਈ ਹੋਵੇ ਮੈਨੂੰ ਲੱਗਦਾ ਗੁਰੂ ਪਾਤਸ਼ਾਹ ਜੀ ਨਾਲ ਉਸ ਸ਼ਬਦ ਦੇ ਅੰਦਰ ਜਿਹੜਾ ਹੁਕਮਨਾਮਾ ਸਾਹਿਬ ਆਉਂਦਾ ਉਹ ਮੈਨੂੰ ਇੱਦਾਂ ਲੱਗਦਾ ਮੈਨੂੰ ਹੀ ਦੱਸ ਰਹੇ ਨੇ ਕਿ ਅੰਗਦ ਆਈ ਐਮ ਟਾਕਿੰਗ ਟੂ ਯੂ ਤੇ ਤੂੰ ਇੱਦਾਂ ਡਿਸੀਜਨ ਲੈ ਸੋ ਦਿਸ ਇਜ਼ ਰੀਅਲੀ ਨਾਈਸ ਇੱਕ ਸਾਡੇ ਕੋਲ ਕੁਐਸਚਨ ਆਇਆ ਭੈਣ ਜੀ ਕਿ ਸਪੋਜ਼ ਸਾਡੇ ਜਿਹੜੇ ਨੀਅਰ ਵਨਸ ਨੇ ਜਿਨ੍ਹਾਂ ਤੋਂ ਆਪਾਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਐਕਸੈਪਟ ਕਰਨ ਉਹ ਨਹੀਂ ਸਾਨੂੰ ਐਕਸੈਪਟ ਕਰ ਪਾ ਰਹੇ for some or the other reasons still ਆਪਾਂ ਆਪਣੀ ਡਿਜ਼ਾਇਰਸ ਵਾਸਤੇ ਆਪਾਂ ਕਿਵੇਂ ਫੋਕਸਡ ਰਹਿ ਸਕਦੇ ਹਾਂ ਤੁਹਾਡੀ ਆਪਣੀ ਜ਼ਿੰਦਗੀ ਹੈਗੀ ਆ ਗੁਰੂ ਸਾਹਿਬ ਨੇ ਤੁਹਾਨੂੰ ਜਿਹੜੀ ਫੈਮਿਲੀ ਦਿੱਤੀ ਹੈਗੀ ਫਰੈਂਡਸ ਦਿੱਤੇ ਠੀਕ ਹੈਗੇ ਆ ਬਟ your focus your goal is paper apat manik te hriya govind milan ki e teri bariya and you should not let anybody stop na kei cheezaਂ ਹੁਣ ਦੇਖੋ ਮੈਂ ਸੇਵਾ ਕਰਕੇ ਕਾਫੀ ਮੇਰੇ ਪੇਰੈਂਟਸ ਨੇ even though ਅੰਮ੍ਰਿਤਧਾਰੀ ਹੈਗੇ ਆ they're very good ਮੈਨੂੰ ਬਹੁਤ ਹੀ ਕੁਛ ਇਹਨਾਂ ਨੇ ਦਿੱਤਾ ਹੈਗਾ ਫਿਰ ਵੀ ਕਹਿੰਦੇ ਕਿਉਂ ਉੱਥੇ ਜਾ ਰਹੀ ਹੈਗੇ ਆ ਔਰ ਜਦੋਂ ਮੈਂ ਕਿਹਾ ਵੀ ਫਾਰਮੇਸੀ ਸਕੂਲ ਤੋਂ ਵੀ ਮੈਂ 1 ਸਾਲ ਇੰਡੀਆ ਲਾਉਣਾ ਹੈਗਾ ਸੇਵਾ ਕਰਨੀ ਹੈਗੀ ਆ ਤੇ they were like ਨਹੀਂ ਤੂੰ ਪਾਗਲ ਹੈਗੀ ਪੈਸੇ ਕਮਾਉਣ ਵਾਸਤੇ you know ਹੁਣ ਤੇਰੇ ਇੰਨੇ ਲੋਨਸ ਹੈਗੇ ਸਕੂਲ ਦੇ ਤੇ ਇਹ ਫੋਕਸ but I explained ਵੀ ਕਿਉਂ ਮੇਰੀ ਇੱਛਾ ਕੀ ਹੈਗੀ ਆ ਵੀ
ਕਿਸ ਤਰ੍ਹਾਂ ਲਈ। ਸੋ ਫੈਮਿਲੀ ਹਰ ਵੇਲੇ ਸਾਥ ਨਹੀਂ ਦਿੰਦੀ। ਜੋ ਐਕਸਪੈਕਟੇਸ਼ਨਸ ਹੁੰਦੇ ਆ ਨਾ ਵੀ ਹਰ ਵੇਲੇ ਮੇਰੇ ਫੈਮਿਲੀ ਨੇ ਦੇਣਾ, ਨੋ ਐਕਚੁਅਲੀ ਕਾਫੀ ਵਾਰੀ ਤੁਹਾਨੂੰ ਰੋਕਦੇ ਹੈਗੇ ਆ। ਤੁਹਾਨੂੰ ਵੀ ਦੇਖਣਾ ਪੈਂਦਾ ਕਿਉਂ ਰੋਕਦੇ ਹੈਗੇ ਆ, ਉਹਨਾਂ ਨੂੰ ਤੁਸੀਂ ਅੰਡਰਸਟੈਂਡ ਕਰਨਾ। ਉਹ ਫਿਰ ਤੁਹਾਨੂੰ, ਜੇ ਤੁਸੀਂ ਉਹਨਾਂ ਨੂੰ ਅੰਡਰਸਟੈਂਡ ਕਰਦੇ ਤੁਹਾਨੂੰ ਪਤਾ ਲੱਗ ਜਾਂਦਾ ਜਵਾਬ ਵੀ ਕਿੱਦਾਂ ਦੇਣਾ ਹੈਗਾ, ਰਾਈਟ। ਸੋ ਜੇ ਤੁਸੀਂ ਉਹਨਾਂ ਨੂੰ ਅੰਡਰਸਟੈਂਡ ਕਰੋਗੇ ਉਹ ਤੁਹਾਨੂੰ ਅੰਡਰਸਟੈਂਡ ਕਰੋਗੇ। ਤੇ ਹਰ ਵੇਲੇ ਇਦਾਂ ਨਹੀਂ ਹੁੰਦੀ ਵੀ ਮੇਰਾ ਜਵਾਬ ਠੀਕ ਹੈਗਾ, ਬਈ ਉਹਨਾਂ ਦੇ ਕਿ ਬਈ ਮਾਮ ਡੈਡ ਮੈਨੂੰ ਪਤਾ ਹੈਗਾ ਵੀ ਤੁਸੀਂ ਇਸ ਕਰਕੇ ਕਹਿ ਰਹੇ ਹੈਗੇ ਆ, ਬਟ ਤੁਸੀਂ ਮੇਰਾ ਵੀ ਸੁਣੋ। ਐਂਡ ਮੇਰਾ ਡਿਜ਼ਾਇਰ ਜੋ ਹੈਗਾ ਨਾ, ਮੈਂ ਸੇਵਾ ਕਰਨੀ, ਵੀ ਪਤਾ ਨਹੀਂ ਟਾਈਮ ਹੋਊਗਾ ਜਦੋਂ ਮੈਂ ਕੰਮ ਲੱਗ ਜਾਊਂਗੀ, ਫਿਰ ਮੈਨੂੰ ਕੰਮ ਵਿੱਚ ਹੀ ਛੁੱਟੀਆਂ ਨਹੀਂ ਮਿਲਦੀਆਂ। ਸੋ 1 ਸਾਲ ਮੈਂ ਛੱਡ ਕੇ ਆਪਣੇ ਆਪ ਜੌਬ ਮਿਲ ਜਾਊਗੀ, ਆਪਣੇ ਆਪ ਹੀ ਹੋ ਜਾਏਗਾ। ਸੋ ਬਸ ਜਸਟ ਅੰਡਰਸਟੈਂਡ ਈਚ ਅਦਰ, ਹੈ ਨਾ। ਤੁਸੀਂ ਇੰਨਾ ਉਹਨਾਂ ਨੂੰ ਕਲੋਜ਼ ਆਫ ਵੀ ਨਾ ਕਰੋ ਵੀ ਤੁਹਾਡੀ ਸੁਣਦੇ ਨਹੀਂ ਹੈਗੇ। ਤੁਸੀਂ ਪਹਿਲਾਂ ਉਹਨਾਂ ਨੂੰ ਸਮਝੋ, ਫਿਰ ਆਪਣੇ ਆਪ ਇੱਕ ਦੂਸਰੇ ਨਾਲ ਰਿਸ਼ਤਾ ਬਣ ਕੇ ਨਾ ਸਮਝ ਹੋ ਸਕਦੀ। ਡੋਂਟ ਜਸਟ ਨੋ what your priorities are, ਆਪਣੇ ਆਪ ਉਹ ਰਸਤਾ ਬਣਾ ਦੂਗਾ ਗੁਰੂ ਸਾਹਿਬ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ। ਵਾਹਿਗੁਰੂ ਵਾਹਿਗੁਰੂ, ਅਮੇਜ਼ਿੰਗ ਭੈਣ ਜੀ, ਅਮੇਜ਼ਿੰਗ। ਆਈ ਹੋਪ ਭੈਣ ਜੀ ਦੇ ਐਕਸਪੀਰੀਅੰਸ ਤੋਂ ਕੁਝ ਸਾਨੂੰ ਥੋੜੀ ਜਿਹੀ ਸੇਧ ਜ਼ਰੂਰ ਮਿਲੀ ਹੋਏਗੀ ਇਸ ਕੁਐਸਚਨ ਦੇ ਨਾਲ ਰਿਲੇਟਡ। ਸੋ ਵੀ ਹੈਵ one last question ਭੈਣ ਜੀ, ਵੀ ਆਰ ਜਸਟ ਰਾਉਂਡ ਦ ਕਾਰਨਰ, ਐਂਡ ਇੱਕ ਕੁਐਸਚਨ ਆਇਆ ਹੈ ਕਿ ਇੰਨਾ ਜ਼ਿਆਦਾ ਹਾਰਡ ਵਰਕ ਕਰਨ ਦੇ ਬਾਅਦ ਜੇ ਸਪੋਜ਼ ਸਾਨੂੰ ਜੋ ਚੀਜ਼ ਅਸੀਂ ਜਿਸ ਵਾਸਤੇ ਕਰ ਰਹੇ ਹਾਂ ਹਾਰਡ ਵਰਕ, ਉਹ ਸਾਨੂੰ ਨਹੀਂ ਮਿਲਿਆ ਫॉर ਸਮ ਰੀਜ਼ਨ, ਆਪਾਂ ਫਿਰ ਵੀ ਚੜ੍ਹਦੀ ਕਲਾ ਦੇ ਅੰਦਰ ਕਿਵੇਂ ਰਹਿ ਸਕਦੇ ਹਾਂ? ਸੋ ਆਈ ਵੁੱਡ ਸੇ ਜੇ ਨਹੀਂ ਮਿਲਿਆ, ਤੁਹਾਡੇ ਐਕਸਪੈਕਟੇਸ਼ਨਸ ਹੈਗੇ ਆ ਨਾ, ਐਕਸਪੈਕਟੇਸ਼ਨਸ ਠੀਕ ਹੈਗੇ ਆ, ਬਟ ਜ਼ਿਆਦਾ ਐਕਸਪੈਕਟੇਸ਼ਨਸ ਕਈ ਵਾਰੀ ਕਰਨੇ ਇਟਸ ਨਾਟ ਗੁੱਡ, ਕਿਉਂਕਿ ਤੁਸੀਂ ਇੱਕ ਮਨ ਬਣਾਇਆ ਹੈਗਾ, ਪਰ ਸ਼ਾਇਦ ਗੁਰੂ ਸਾਹਿਬ ਉਹ ਹੁਕਮ ਵਿੱਚ ਨਹੀਂ ਹੈਗਾ। ਤੇ ਆਈ ਨੋ ਹੁਕਮ ਬਹੁਤ ਹੀ ਵੱਡੀ ਗੱਲ ਹੈਗੀ, ਇਟਸ ਅਨਦਰ ਟੌਪਿਕ ਔਨ ਇਟਸ ਓਨ, ਬਟ ਮੇਰੇ ਲਈ ਇਹ ਸਟਰਗਲ ਬਹੁਤ ਹੈਗੀ ਵੀ ਮੈਨੂੰ ਆ ਨਹੀਂ ਮਿਲਿਆ ਜਾਂ ਮੈਂ ਆ ਚਾਹੁੰਦੀ ਸੀਗੀ। ਬਟ always remember ਗੁਰੂ ਸਾਹਿਬ ਨੇ ਤੁਹਾਡੇ ਵਾਸਤੇ ਭਲਾ ਵਿੱਚ ਕਰਨਾ ਹੈਗਾ। ਸ਼ਾਇਦ ਤੁਹਾਨੂੰ ਉਸ ਟਾਈਮ ਪਤਾ ਨਹੀਂ ਹੈਗਾ ਵੀ ਇਹ ਤੁਹਾਡੇ ਲਈ ਭਲਾ ਹੈਗਾ, ਕਿਉਂਕਿ ਤੁਸੀਂ ਆਪਣੇ ਸੋਚ ਵਿੱਚ ਵੀ ਆਹ ਹੀ ਬੈਸਟ ਮੇਰੇ ਵਾਸਤੇ ਹੈਗਾ, ਬਟ ਗੁਰੂ ਸਾਹਿਬ ਹੈਜ਼ ਅ ਬਿਗਰ ਪਲਾਨ, ਵੱਡਾ ਪਲਾਨ, ਕੋਈ ਹੋਰ ਕੁਛ। ਤੇ ਜੇ ਇਹ ਇਸ ਵਾਰੀ ਨਹੀਂ ਤੁਹਾਨੂੰ ਮਿਲਿਆ, ਇਟਸ ਓਕੇ, ਐਕਸੈਪਟ ਇਟ। ਤੁਸੀਂ ਕਰ ਦਿਓ ਅਰਦਾਸ, ਗੁਰੂ ਸਾਹਿਬ ਨਹੀਂ ਮਿਲਿਆ, ਇਟਸ ਓਕੇ, ਮੈਨੂੰ ਹੈਲਪ ਮੀ ਅੰਡਰਸਟੈਂਡ, ਮੈਨੂੰ ਇਹ ਸੋਚ ਦੱਸੋ ਵੀ ਸ਼ਾਇਦ ਵੀ ਕਿਉਂ ਨਹੀਂ ਮਿਲਿਆ, ਪਰ ਤੁਸੀਂ ਇਹ ਸਾਰਾ ਕੁਝ ਤੁਹਾਡੇ ਭਾਣੇ ਵਿੱਚ ਹੋ ਰਿਹਾ ਹੈਗਾ। ਸੋ ਉਹ ਜਿਹੜੀ ਹੈਗੀ ਨੇ ਤੁਹਾਡੇ ਭਾਣੇ ਵਿੱਚ ਹੋ ਰਿਹਾ, then that helps you relax about ਕਿਉਂ ਨਹੀਂ ਹੋਇਆ, ਐਂਡ ਸ਼ਾਇਦ ਵਧੀਆ ਹੋ ਸਕਦਾ, ਦੁਬਾਰਾ ਹੋ ਸਕਦਾ, ਪਤਾ ਨਹੀਂ ਹੁੰਦਾ। ਐਂਡ ਉਸ ਕਰਕੇ ਜੇ ਤੁਸੀਂ ਆਪਣੇ ਭਰੋਸਾ ਗੁਰੂ ਸਾਹਿਬ ਵਿੱਚ ਰੱਖੋ ਨਾ, ਚੜ੍ਹਦੀ ਕਲਾ ਆਪਣੇ ਆਪ ਹੀ ਆ ਜਾਂਦੇ, ਕਿਉਂਕਿ ਤੁਸੀਂ ਆਪਣੇ ਆਪ ਵਿੱਚ ਡਿਸਅਪੋਇੰਟਡ ਨਹੀਂ ਹੁੰਦੇ। ਤੇ ਉਹ ਜਿਹੜੀ ਡਿਸਅਪੋਇੰਟਮੈਂਟ ਵਿੱਚ ਤੁਸੀਂ ਫਿਰ ਦੁਬਾਰਾ ਸੋਚ ਕੇ ਆਪਣੇ ਵਰੀਜ਼ ਕਰਦੇ ਹੈਗੇ ਆ, ਉਹ ਤੁਹਾਨੂੰ ਢਹਿੰਦੀ ਕਲਾ ਵਿੱਚ ਲੈ ਜਾਂਦਾ ਹੈਗਾ। ਸੋ ਉਸ ਵਿੱਚ ਨਾ ਪਈਏ, ਤੇ ਹਰ ਵੇਲੇ ਤੁਹਾਡਾ ਹੁਕਮ ਅਰਦਾਸ ਕਰੋ ਵੀ ਦਿਸ ਇਜ਼ ਯੋਰ ਡੂਇੰਗ, ਵਾਹਿਗੁਰੂ ਤੁਸੀਂ ਕਰਾਉਂਗੇ ਵੀ ਆਪਣੇ ਆਪ ਹੀ, ਸਕਸੈਸਫੁਲ ਵੀ ਬਣਾਉਂਗੇ। ਜੇ ਬਣੇ ਹੈਗੇ ਉਹ ਤੁਹਾਡਾ ਹੁਕਮ ਹੈ, ਜੇ ਨਹੀਂ ਬਣੇ ਉਹ ਵੀ ਤੁਹਾਡਾ ਹੁਕਮ ਹੈਗਾ। ਹਾਂਜੀ ਭੈਣ ਜੀ, ਐਂਡ ਇਹਦੇ ਅੰਦਰ ਮੈਨੂੰ ਇੱਕ ਗੁਰਬਾਣੀ ਦੀ ਤੁਕ ਯਾਦ ਆਈ ਕਿ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਜੇ ਆਪਾਂ ਇਸ ਚੀਜ਼ ਨਾਲ ਆਪਾਂ ਆਪਣਾ ਜੀਵਨ ਜੀਣ ਲੱਗ ਜਾਈਏ ਕਿ ਜੋ ਹੋ ਰਿਹਾ ਉਹ ਭਲਾ ਹੀ ਹੋ ਰਿਹਾ, ਤਾਂ ਸ਼ਾਇਦ ਮੈਂ ਥੋੜਾ ਜਿਹਾ ਆਪਣੇ ਮਨ ਨੂੰ ਸਮਝਾ ਸਕਦਾ। ਚੀਜ਼ਾਂ ਬਹੁਤ ਦੁਖਦਾਈ ਹੁੰਦੀਆਂ ਨੇ ਜਦ ਸਾਡੇ ਆਪਣੇ ਪਰਸਨਲ ਬੰਦੇ ਜਿਨ੍ਹਾਂ ਤੋਂ ਆਪਾਂ ਉਮੀਦ ਰੱਖੀਏ, ਜੇ ਉਹ ਨਾ ਸਾਡੇ ਵਾਸਤੇ ਸਪੋਰਟ ਬਣਨ, ਪਰ ਜਿੱਥੇ ਕੀ ਕਹਿੰਦੇ ਆ, ਉਹ ਪਰਮਾਤਮਾ ਜੀ ਕਹਿੰਦੇ ਜਿੱਥੇ ਕੋਈ ਵੀ ਨਹੀਂ ਸਾਥੀ ਹੋਣਾ, ਉੱਥੇ ਆਈ ਥਿੰਕ ਉਹ ਵਾਹਿਗੁਰੂ ਜੀ ਸਹਾਈ ਹੋਣਗੇ। ਤੇ ਰੀਸੈਂਟਲੀ ਮੈਂ ਵੀ ਸੁਣਿਆ ਉੱਥੇ ਉਹ ਕਹਿੰਦੇ ਸੀ ਵੀ ਮੈਂ ਕੋਈ ਵੀ ਜੇ ਕਾਰਜ ਕਰ ਰਿਹਾ, ਜਿਵੇਂ ਮੈਂ ਕਥਾ ਸੁਣ ਰਿਹਾ ਸੀ, ਤਾਂ ਉਹ ਕਹਿੰਦੇ ਵੀ ਜੇ ਕੋਈ ਇੱਕ ਬੰਦਾ ਪੇੜ ਤੇ ਚੜ ਪਾਇਆ, ਤਾਂ ਉਹ ਕਹਿੰਦਾ ਵੀ ਮੇਰਾ ਉਦਮ ਸੀਗਾ, ਮੈਂ ਪੇੜ ਤੇ ਚੜ ਪਾਇਆ। ਪਰ ਕੀ ਕਹਿੰਦੇ ਆ, ਉਹਨਾਂ ਨੇ ਇਹ ਸਮਝਾਇਆ ਕਿ ਜੇ ਜਿਹੜੀਆਂ ਟਾਹਣੀਆਂ ਸੀਗੀਆਂ, ਜੇ ਟਾਹਣੀਆਂ ਵਿੱਚ ਜ਼ੋਰ ਹੀ ਨਾ ਹੁੰਦਾ ਤਾਂ ਤੂੰ ਪੈਰ ਰੱਖਦਾ ਕਿਵੇਂ, ਤੇ ਤੂੰ ਚੜਦਾ ਕਿਵੇਂ ਪੇੜ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਮਰਜ਼ੀ ਅਸੀਂ ਕਾਰਜ ਕਰ ਲਈਏ, ਉਹਦੇ ਅੰਦਰ ਸਹਾਈ ਤਾਂ ਗੁਰੂ ਹੀ ਹੁੰਦਾ। ਉਹ ਸਿਰਫ ਸਾਨੂੰ, ਮੈਨੂੰ ਏਦਾਂ ਲੱਗਦਾ ਉਹ ਸਾਡੇ ਨਾ ਬਸ ਸਾਨੂੰ
ਇੱਕ ਪਿਕਚਰ ਜੀ ਸਾਨੂੰ ਅਵਾਰਡ ਦੇ ਦਿੰਦਾ, ਪਿੱਛੋਂ ਕਰਨ ਵਾਲਾ ਉਹ ਆਪ ਹੁੰਦਾ, ਬਿਲਕੁਲ ਸਾਡੀ ਫੋਟੋ ਅੱਗੇ ਲਾ ਦਿੰਦਾ ਵੀ ਓਕੇ ਵੀ ਤੁਹਾਨੂੰ ਰਿਵਾਰਡ ਮਿਲ ਜਾਵੇ। ਸੋ ਇੱਕ ਕੁਐਸਚਨ ਸਾਡੇ ਵਾਸਤੇ, ਇੱਕ ਲਾਸਟ ਕੁਐਸਚਨ ਭੈਣ ਜੀ ਆਪਾਂ ਲਵਾਂਗੇ ਕਿ ਉਹਨਾਂ ਨੇ ਕਿਹਾ ਵੀ ਮੈਂ ਥੋੜਾ ਜਿਹਾ ਨੂੰ ਰੀਫਰੇਸ ਕਰ ਦਾਂਗਾ ਆਪਣੇ ਉਹਦੇ ਅੰਦਰ ਕਿ ਜਦ ਆਪਾਂ ਗਲੋਬਲ ਲੈਵਲ ਤੇ ਕੋਈ ਸੇਵਾ ਨਿਭਾ ਰਹੇ ਹੋਈਏ ਜਾਂ ਵੀ ਆਰ ਅ ਨੋਨ ਪਰਸਨੈਲਿਟੀ, ਵੀ ਆਰ ਫੇਮਸ ਪ੍ਰੋਫੈਸ਼ਨਲੀ ਐਂਡ ਸਟੂਡੈਂਟਸ, ਬੱਚੇ ਦੇ ਜਸਟ ਲੁੱਕ ਅਪ ਟੂ ਯੂ, ਕਿਤੇ ਨਾ ਕਿਤੇ ਉਹ ਇੱਕ ਹਉਮੈ ਵਾਲੀ ਜਿਹੜੀ ਚੀਜ਼ ਹੈ ਉਹਨੂੰ ਤੁਸੀਂ ਕਿਵੇਂ ਮਤਲਬ ਆਪਣੇ ਆਪ ਨਾਲ ਤੁਸੀਂ ਉਸਨੂੰ ਰੱਖਦੇ ਹੋ ਕਿ ਮੈਂ ਉਹਨੂੰ ਖਿੱਚ ਕੇ ਰੱਖਾਂ, ਈਗੋ ਵਾਲੀ ਜਾਂ ਹਉਮੈ ਵਾਲੀ ਸਾਈਡ ਨੂੰ ਤੁਸੀਂ ਕਿਵੇਂ ਕੰਟਰੋਲ ਕਰਵਾਉਂਦੇ ਹੋ? Very good question. ਇਹ ਤਾਂ ਐਕਚੁਅਲੀ ਜੇ ਕੁਐਸਚਨ ਤੁਸੀਂ ਆਪਣੇ ਆਪ ਨੂੰ ਕਰੀ ਜਾਓ, ਇਟਸ ਅ ਗੁੱਡ ਥਿੰਗ। ਤੇ ਉਹ ਹੈਗੀ ਹੈ ਵੀ ਗੁਰੂ ਸਾਹਿਬ ਨੇ ਤੁਹਾਨੂੰ ਜਿਸ ਲੈਵਲ ਤੇ ਲਿਆਂਦਾ, ਉਹਨਾਂ ਨੇ ਲਿਆਂਦਾ ਤੇ ਇੱਕਦਮ ਤੁਸੀਂ ਗਿਰ ਵੀ ਸਕਦੇ ਹੈਗੇ ਆ। ਸੋ ਜਿਸ ਤਰ੍ਹਾਂ ਰਾਓ ਮੈਂ ਰੰਕ ਗੁਰੂ ਸਾਹਿਬ ਕਹਿ ਰਹੇ ਹੈਗੇ ਆ, ਯੂ ਕੈਨ ਬੀ ਪ੍ਰੈਜ਼ੀਡੈਂਟ ਵਨ ਡੇ ਐਂਡ ਦੈਨ, ਪਰ ਤੁਸੀਂ ਦੇਖ ਲਓ ਹੁਣ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਹੈਗਾ, ਪਰ ਜਿੰਨੀ ਰਿਸਪੈਕਟ ਹੁੰਦੀ ਆ ਨਾ, ਰਿਸਪੈਕਟ ਕਿੰਨੀ ਕੁ ਹੈਗੀ ਆ, ਉਹ ਅਲੱਗ ਚੀਜ਼ ਹੈਗੀ ਆ। ਸੋ ਜਸਟ ਰਿਮੈਂਬਰ ਗੁਰੂ ਸਾਹਿਬ ਨੇ ਤੁਹਾਨੂੰ ਕਿੱਥੇ ਲਿਆਂਦਾ, ਉਹਨਾਂ ਨੇ ਲਿਆਂਦਾ, ਤੁਹਾਨੂੰ ਉਹ ਡੇਗ ਵੀ ਸਕਦਾ ਹੈਗਾ ਇੱਕ ਸਕਿੰਟ ਵਿੱਚ। ਸੋ ਉਹ ਕਰਨ ਕਰਾਵਨ ਹਾਰ ਸਵਾਮੀ ਸਕਲ ਕਰਾ ਕੇ ਅੰਤਰਜਾਮੀ, ਉਹਨਾਂ ਨੂੰ ਪਤਾ ਹੈਗਾ ਕਿਹੜੇ ਦਿਲ ਦੇ ਸਾਫ਼ ਹੈਗੇ ਆ ਤੇ ਕਿੱਥੇ ਤੁਸੀਂ ਲਿਜਾ ਸਕਦੇ। ਜੇ ਤੁਸੀਂ ਰਹਿਣਾ ਹੈਗਾ ਰਿਸਪੈਕਟ ਨਾਲ ਰਹਿਣਾ, ਆਨਰ ਦੇ ਨਾਲ ਰਹਿਣਾ, ਉਹ ਅਲੱਗ ਚੀਜ਼ ਹੈਗੀ ਆ। ਤੇ ਉਹ ਤੁਸੀਂ ਆਪਣੇ ਮਨ ਵਿੱਚ ਕਿੰਨੀ ਰਿਸਪੈਕਟ ਮੇਰੀ ਕਰਦੇ, ਮੇਰੀ ਨਹੀਂ ਗੁਰੂ ਸਾਹਿਬ ਦੀ, ਮੇਰੀ ਦਸਤਾਰ ਦੀ, ਮੇਰੀ ਸਿੱਖੀ ਦੀ। ਤੇ ਜੇ ਤੁਸੀਂ ਕਹੋਗੇ ਵੀ ਨਹੀਂ ਮੈਂ ਨਹੀਂ, ਮੇਰਾ ਸਰੂਪ ਹੈਗਾ ਗੁਰੂ ਸਾਹਿਬ ਨੂੰ ਬਿਲੋਂਗ ਕਰਦਾ ਹੈਗਾ ਤੇ ਮੈਂ ਨਹੀਂ ਕੀਤਾ, ਗੁਰੂ ਸਾਹਿਬ ਨੇ ਕੀਤਾ। ਪਹਿਲਾਂ ਲੱਗਦਾ ਤਾਂ ਮੈਂ ਉਦਾਂ ਕਹਿੰਦੀ ਹੈਗੀ ਆ, ਪਰ ਦੁਬਾਰਾ ਕਹਿ ਕੇ ਤੁਹਾਡੇ ਮਨ ਵਿੱਚ ਬੰਦਾ ਕੀ ਕਹਿੰਦੇ, ਯੂ ਹੈਵ ਟੂ ਪ੍ਰੈਕਟਿਸ ਸਮਥਿੰਗ 2000 times in order to be a behavior, ਹਨਾ, ਚੇਂਜ ਬਿਹੇਵੀਅਰ ਕਰਨਾ। ਸੋ ਦੁਬਾਰਾ ਕਰੀ ਜਾਓ, ਪਹਿਲਾਂ ਨਹੀਂ ਲੱਗਦਾ ਵੀ ਇਹ ਠੀਕ ਮੈਂ ਦਿਲੋਂ ਕਰਦਾ ਹੈਗਾ, ਕਰੀ ਜਾਓ ਪਰ ਆਪਣੇ ਆਪ ਬਣ ਜਾਏਗਾ ਤੁਹਾਡੇ ਹਿੱਸੇ। ਅਮੇਜ਼ਿੰਗ ਭੈਣ ਜੀ, ਅਮੇਜ਼ਿੰਗ। ਸੋ ਆਈ ਥਿੰਕ ਆਪਾਂ ਦੁਬਾਰਾ ਹੀ ਉਸੇ ਗੱਲ ਤੇ ਆ ਗਏ ਕਿ ਰੈਪੀਟੀਸ਼ਨ ਕਿੰਨੀ ਜ਼ਿਆਦਾ ਸਾਨੂੰ, ਜੇ ਪਾਤਸ਼ਾਹ ਜੀ ਨੇ, ਮੈਨੂੰ ਤਾਂ ਲੱਗਦਾ ਵੀ ਜਿਹੜਾ ਨਿੱਤ ਦਾ ਨੇਮ ਹੈ ਅਸੀਂ ਉਹਨੂੰ ਸ਼ਾਇਦ 5 ਬਾਣੀਆਂ ਨਾਲ ਜੋੜਤਾ, ਬਟ ਜੇ ਮੈਂ ਉਹਨੂੰ ਬ੍ਰੇਕ ਕਰ ਦਵਾਂ ਤਾਂ ਨੇਮ ਇਜ਼ ਲਾਈਕ ਡਿਸਿਪਲਿਨ ਐਂਡ ਨਿੱਤ ਮਤਲਬ ਮੈਂ ਰੋਜ਼ ਦਾ ਰੋਜ਼ ਕਰਨਾ। ਸੋ ਉਹ ਮੇਰਾ ਡਿਸਿਪਲਿਨ 5 ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਨਿਤਨੇਮ ਦਾ ਜਿਹੜਾ ਪਾਠ ਹੈ ਉਹ ਤਾਂ ਮੇਰਾ ਆਈ ਥਿੰਕ ਅੰਮ੍ਰਿਤ ਵੇਲੇ ਤੋਂ ਬਾਅਦ ਦੇ ਜਿਹੜਾ ਬਾਕੀ ਦੇ ਕਹਿੰਦੇ ਪੈਰ ਨੇ ਨਾ, ਉਹ ਉੱਥੇ ਪ੍ਰੈਕਟੀਕਲੀ ਐਕਚੁਅਲੀ ਇੰਪਲੀਮੈਂਟ ਹੁੰਦਾ। ਉੱਥੋਂ ਮੈਂ એનર્ਜੀ ਲਿੱਤੀ, ਆਪਣੇ ਆਪ ਨੂੰ ਰੀਚਾਰਜ ਕੀਤਾ ਅੰਮ੍ਰਿਤ ਵੇਲੇ, ਐਂਡ ਉਸ ਤੋਂ ਬਾਅਦ ਜਿਹੜਾ ਪੂਰਾ ਦਿਨ ਹੈ ਉਹਦੇ ਅੰਦਰ ਮੈਂ ਐਕਚੁਅਲੀ ਉਸ ਅੰਮ੍ਰਿਤ ਵੇਲੇ ਨੂੰ ਜੀ ਰਿਹਾ ਐਂਡ ਉਹਨੂੰ ਰਿਪੀਟ ਕਰ ਰਹੇ ਆਪਣੇ ਕਰੈਕਟਰਸ ਐਂਡ ਵੈਲਿਊਜ਼ ਦੇ ਨਾਲ। ਭੈਣ ਜੀ ਇਸੇ ਦੇ ਨਾਲ ਮੈਂ ਆਪ ਜੀ ਦਾ ਬਹੁਤ ਹੀ ਜ਼ਿਆਦਾ ਦਿਲੋਂ ਥੈਂਕ ਯੂ ਕਹਿਣਾ ਚਾਹਾਂਗਾ, ਸ਼ੁਕਰਗੁਜ਼ਾਰ ਹਾਂ ਮੈਂ ਕਿ ਆਪ ਜੀ ਨੇ अर्ਲੀ ਮਾਰਨਿੰਗ, ਆਈ ਨੋ ਤੁਹਾਡਾ ਆਫਿਸ ਹੈਗਾ ਹੁਣ ਐਂਡ ਵੀ ਆਰ ਰਨਿੰਗ ਸ਼ਾਰਟ ਆਫ ਟਾਈਮ ਐਜ਼ ਵੈਲ, ਆਪ ਜੀ ਨੇ ਵੀ ਜਾਣਾ ਹੈ, ਸਾਰੀ ਚੀਜ਼ਾਂ ਕਰਨੀਆਂ ਨੇ, ਸੋ ਕਾਰਜ ਵੀ ਆਪਣੇ ਨਿਭਾਣੇ ਨੇ। ਆਪ ਜੀ ਨੇ ਸਮਾਂ ਦਿੱਤਾ, ਥੈਂਕ ਯੂ ਸੋ ਮਚ। ਐਂਡ ਜਿੰਨੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਸੀਗੇ, ਜਿਨ੍ਹਾਂ ਨੇ ਸਵਾਲ ਪੁੱਛੇ, ਜਿਨ੍ਹਾਂ ਨੇ ਪੇਸ਼ੈਂਟਲੀ ਉਹਨਾਂ ਨੇ ਸੁਣਿਆ, ਆਈ ਹੋਪ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਲਰਨਿੰਗ ਹੋਏਗੀ, ਇਨਕਲੂਡਿੰਗ ਮੀ। ਭੈਣ ਜੀ ਮੈਂ ਵੀ ਸਟੂਡੈਂਟ ਹੀ ਸੀਗਾ ਇੱਥੇ, ਸੋ ਜਿਹੜੇ ਕੁਐਸਚਨ ਸੀਗੇ ਇਹ ਮੈਂ ਐਕਚੁਅਲੀ ਆਪਣੇ ਹੀ ਨਾਲ ਦੀ ਨਾਲ ਵਿੱਚੋਂ ਕਰਦਾ ਰਿਹਾ ਤੇ ਮੈਂ ਸੁਣਦਾ ਰਿਹਾ, ਬਟ ਬਹੁਤ ਕੁਝ ਸੁਣਨ ਨੂੰ ਹੈ ਐਂਡ ਸਿੱਖਣ ਨੂੰ ਹੈ ਆਪ ਜੀ ਪਾਸੋਂ। ਸੋ ਵੀਲ ਕੀਪ ਟਾਕਿੰਗ ਵਿਦ ਯੂ, ਆਪਾਂ ਮਿਲਦੇ ਰਵਾਂਗੇ, ਆਪਾਂ ਹੋਰ ਸੈਸ਼ਨਸ ਕਰਦੇ ਰਵਾਂਗੇ। ਅੱਜ ਵਾਸਤੇ ਇੰਨੀ ਕੁ ਹੀ ਸੇਵਾ ਭੈਣ ਜੀ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਐਂਡ ਬੀ ਸੇਫ। ਕੋਰੋਨਾ ਵਾਇਰਸ ਦੇ ਅੰਦਰ ਵੀ ਆਪ ਜੀ ਸੇਵਾਵਾਂ ਕਰਦੇ ਰਹੋ ਐਂਡ ਸਾਨੂੰ ਇੰਸਪਾਇਰ ਕਰਦੇ ਰਹੋ। ਵਾਹਿਗੁਰੂ, ਬਹੁਤ ਹੀ ਸ਼ੁਕਰੀਆ ਤੁਹਾਡਾ, ਤੇ ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।